ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੀ ਹੋਈ ਸਾਰੀ ਸੰਗਤ ਜਿਹੜੀ ਕਿ ਇਸ ਵਕਤ ਜੋ ਸੰਸਾਰ ਦੇ ਵਿੱਚ ਕਰੋਨਾ ਨਾਮ ਦੀ ਮਹਾਮਾਰੀ ਤਕਰੀਬਨ ਪੂਰਾ ਵਿਸ਼ਵ ਜਿਸ ਨੂੰ ਆਪਣੀ ਚਪੇਟ ਦੇ ਵਿੱਚ ਇਸਨੇ ਲੈ ਲਿਆ, ਇਸ ਸੰਬੰਧ ਦੇ ਵਿੱਚ ਜੋ ਸਰਕਾਰਾਂ ਨੇ ਫੈਸਲਾ ਕਰਕੇ ਲਾਕਡਾਊਨ ਦਾ ਇਹ ਪ੍ਰੋਗਰਾਮ ਰੱਖਿਆ। ਇਸ ਲਾਕਡਾਊਨ ਦੇ ਵਿੱਚ ਜਿੱਥੇ ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ, ਉੱਥੇ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਈ ਘਰਾਂ ਦੇ ਵਿੱਚ ਬੈਠੇ ਹੋਈਏ, ਸਾਡਾ ਵੱਧ ਤੋਂ ਵੱਧ ਸੰਬੰਧ ਜਿਹੜਾ ਹੈ ਗੁਰਬਾਣੀ ਦੇ ਨਾਲ, ਸਿੱਖ ਇਤਿਹਾਸ ਨਾਲ ਲੱਗਾ ਰਹੇ। ਇਸ ਸੰਬੰਧ ਦੇ ਵਿੱਚ ਵਕਤਨ ਪਵਕਤਨ ਜਿਹੜੀ ਹੈ ਸਿੱਖ ਫਲਸਫੇ ਨੂੰ ਲੈ ਕੇ ਵਿਚਾਰਾਂ ਆਪ ਜੀ ਦੇ ਸਨਮੁਖ ਲਿਆਂਦੀਆਂ ਜਾਂਦੀਆਂ ਨੇ। ਸੋ ਅੱਜ ਇੱਕ ਵਾਰ ਫੇਰ ਵੀਰ ਰਣਜੀਤ ਸਿੰਘ ਜੀ ਜਿਹੜੇ ਕਿ ਅੱਜ ਸਾਡੇ ਪਾਸ ਪਹੁੰਚੇ ਨੇ, ਸੋ ਆਪ ਜੀ ਦੇ ਨਾਲ, ਕਿਉਂਕਿ ਇਸੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਉਹ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਹੋਇਆ, ਪਰ ਲਾਕਡਾਊਨ ਕਰਕੇ ਅਸੀਂ ਗੁਰੂ ਘਰਾਂ ਦੇ ਵਿੱਚ ਇੰਨੇ ਵੱਡੇ ਜਿਹੜੇ ਪੱਧਰ ਤੇ ਨਾ ਮਨਾ ਸਕੇ, ਨਾ ਸਮਾਗਮ ਕੀਤੇ। ਸੋ ਅੱਜ ਦੇ ਇਸ ਮੁਲਾਕਾਤ ਦੇ ਵਿੱਚ ਅਸੀਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਜੀਵਨ ਬ੍ਰਾਂਤ ਹੈ ਉਹਦੇ ਉੱਤੇ ਜਿਹੜੀਆਂ ਨੇ ਵਿਚਾਰਾਂ ਕਰਨੀਆਂ ਨੇ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਜਿਹੜੇ ਹੋ ਕੋਸ਼ਿਸ਼ ਕਰਦੇ ਹੋ ਬਈ ਜਿਹੜੇ ਘਰਾਂ ਦੇ ਵਿੱਚ ਇਸ ਵਕਤ ਸਿੱਖ ਸੰਗਤ ਬੈਠੀ ਹੈ ਤੇ ਵੱਧ ਤੋਂ ਵੱਧ ਇਸ ਮਾਧਿਅਮ ਦੇ ਰਾਹੀਂ, ਕਿਉਂਕਿ ਇਸ ਸਮੇਂ ਜਿਹੜਾ ਇੰਟਰਨੈਟ ਦਾ ਯੁੱਗ ਹੈ, ਮੀਡੀਆ ਦਾ ਯੁੱਗ ਹੈ ਜੀ, ਤੇ ਘਰਾਂ ਦੇ ਵਿੱਚ ਬੈਠਿਆਂ ਹਰ ਇੱਕ ਆਦਮੀ ਦੇ ਹੱਥ 'ਚ ਮੋਬਾਈਲ ਜਾਂ ਟੈਲੀਵਿਜ਼ਨ, ਤੇ ਇੱਕ ਯਤਨ ਕੀਤਾ ਗਿਆ ਵੀ ਕਿਉਂ ਨਾ ਇਹਦੀ ਵਰਤੋਂ ਕਰਕੇ ਇੱਕ ਯੋਗ ਮੈਸੇਜ ਜਿਹੜਾ ਹੈ ਸਾਡੇ ਸਮਾਜ ਤੱਕ ਪਹੁੰਚੇ। ਸੋ ਵੀਰ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਗੱਲ ਕਰੀਏ ਤੇ ਮੈਂ ਕਹਿੰਦਾ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਉੱਤੇ ਵਿਚਾਰ ਕਰਨ ਵਾਸਤੇ ਮੈਂ ਕਹਿੰਦਾ ਕਿ ਬਹੁਤ ਲੰਬਾ ਸਮਾਂ ਔਰ ਇੱਕ ਬਹੁਤ ਵੱਡੇ ਇੱਕ ਟਾਪਿਕ ਬਣ ਜਾਂਦਾ ਹੈ ਜਿਹੜਾ 20-25 ਮਿੰਟ ਅੱਧੇ ਘੰਟੇ ਦੇ ਸਮੇਂ 'ਚ ਮੁਕੰਮਲ ਨਹੀਂ ਹੋ ਸਕਦਾ। ਪਰ ਸੰਖੇਪ ਜਿਹਾ ਅਸੀਂ ਗੁਰੂ ਪਾਤਸ਼ਾਹ ਦੇ ਜੀਵਨ ਦੇ ਉੱਤੇ ਜਿਹੜੀ ਹੈ ਵਿਚਾਰ ਕਰੀਏ। ਸੋ ਸਭ ਤੋਂ ਪਹਿਲਾਂ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਪਰਿਵਾਰ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਜੀ, ਉਹ ਪਰਿਵਾਰ ਜਿਹੜਾ ਹੈ ਉਹ ਸਿੱਖੀ ਸਿਧਾਂਤਾਂ ਤੋਂ ਟੋਟਲੀ ਦੂਰ ਹੈ। ਬਿਲਕੁਲ ਜਿਹੜਾ ਉਸ ਪਰਿਵਾਰ ਦਾ ਰਹਿਣ ਸਹਿਣ ਹੈ, ਜਿਹੜਾ ਉਹਨਾਂ ਦਾ ਕਲਚਰ ਹੈ, ਰੀਤੀ ਰਿਵਾਜ ਨੇ, ਜਾਂ ਇਹ ਕਹਿ ਲਓ ਵੀ ਜਿਸ ਮਾਹੌਲ ਦੇ ਵਿੱਚ ਉਹਨਾਂ ਦਾ ਜਨਮ, ਉਹਨਾਂ ਦਾ ਪਾਲਣ ਪੋਸ਼ਣ ਹੋਇਆ, ਉਹ ਟੋਟਲੀ ਸਿੱਖੀ ਤੋਂ ਅਲੱਗ ਸੀ। ਬਿਲਕੁਲ। ਔਰ ਉਸ ਮਾਹੌਲ ਦੇ ਵਿੱਚ ਇਸ ਪਾਸੇ ਆਉਣਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਜੀ, ਔਰ ਬੜੀ ਛੇਤੀ ਕੋਈ 7 ਸਾਲ ਦਾ ਟੈਨਵਰ ਜਿਹੜਾ ਹੈ ਜੀ, ਇਸ 7 ਸਾਲ ਦੇ ਵਿੱਚ ਇਹੋ ਜਿਹਾ ਆਪਣਾ ਜੀਵਨ ਤਬਦੀਲ ਕਰ ਦੇਣਾ ਜੀ ਕਿ ਅੱਜ ਜਦੋਂ ਉਹਨਾਂ ਦੀ ਆਸਾ ਕੀ ਵਾਰ ਅਸੀਂ ਬਾਣੀ ਪੜ੍ਹਦੇ ਹਾਂ ਤੇ ਹੈਰਾਨ ਹੁੰਦੇ ਹਾਂ ਵੀ ਇਹ ਉਸ ਪਰਿਵਾਰ ਦੇ ਵਿੱਚੋਂ ਆ ਕੇ ਔਰ ਇੰਨੀ ਛੇਤੀ ਬਾਣੀ ਪੜ੍ਹ ਕੇ ਉਹਨਾਂ ਨੇ ਜੀਵਨ ਤਬਦੀਲ ਕਰਤਾ ਜੀ। ਇੱਕ ਦੁਨੀਆ ਦੇ ਵਾਸਤੇ ਇੱਕ ਮੈਂ ਕਹਿੰਦਾ ਵਿਲੱਖਣ ਇੱਕ ਬਹੁਤ ਵੱਡਾ ਇੱਕ ਪੂਰਨਾ ਪਾ ਕੇ ਗਏ ਜੀ। ਸੋ ਗੁਰੂ ਅੰਗਦ ਸਾਹਿਬ ਦੀ ਜੇ ਗੱਲ ਕਰੀਏ ਤੇ ਆਪ ਜੀ ਦਾ ਕਿਆ ਮੰਨਣਾ ਵੀ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਕਿਆ ਗੁਰੂ ਅੰਗਦ ਸਾਹਿਬ ਧਰਮੀ ਹੈ ਸਨ ਜਾਂ ਧਰਮ ਦੇ ਨਾਲ ਉਹਨਾਂ ਦਾ ਕੋਈ ਨਾਤਾ ਨਹੀਂ ਸੀ? ਦੇਖੋ ਵੀਰ ਹਰਮੀਤ ਸਿੰਘ ਜੀ, ਗੁਰੂ ਅੰਗਦ ਸਾਹਿਬ ਜੀ ਜਦੋਂ ਅਸੀਂ ਉਹਨਾਂ ਦਾ ਗੁਰਮਤ ਵਿੱਚ ਆਉਣ ਤੋਂ ਪਹਿਲਾਂ ਦਾ ਜੀਵਨ ਵੇਖਦੇ ਹਾਂ, ਜਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਜਾਂ ਉਹਨਾਂ ਦੀ ਜਿਹੜਾ ਸ਼ਬਦ ਸੁਰਤ ਦਾ ਮੇਲ ਹੋਇਆ, ਉਸ ਤੋਂ ਪਹਿਲਾਂ ਦਾ ਜਦੋਂ ਅਸੀਂ ਜੀਵਨ ਵੇਖਦੇ ਹਾਂ ਤਾਂ ਉਹ ਗੁਰਮਤ ਦੀ ਰੋਹ ਰੀਤ ਵਿੱਚ ਨਹੀਂ ਸਨ ਜੀ। ਉਹ ਆਪਣੇ ਸਾਥੀਆਂ ਦੇ ਨਾਲ, ਕਿਉਂਕਿ ਉਹਨਾਂ ਦੀ ਜਿਹੜੀ ਪਰੰਪਰਾ, ਉਹਦੀ ਜਿਹੜੀ ਪਰਿਵਾਰਕ ਪਰੰਪਰਾ ਸੀ ਜਾਂ ਉਹਨਾਂ ਦੀ ਖਾਨਦਾਨੀ ਪਰੰਪਰਾ ਸੀ, ਮਾਹੌਲ ਸੀ ਉੱਥੋਂ, ਉਹ ਦੇਵੀ ਪੂਜਕ ਸਨ ਤੇ ਸੰਗਤਾਂ ਲੈ ਕੇ ਸੰਗਤਾਂ ਦੀ ਅਗਵਾਈ ਕਰਦੇ ਸਨ, ਤੇ ਉਹ ਕਈ ਵਾਰ ਹਰ ਸਾਲ ਵੈਸ਼ਨੋ ਦੇਵੀ ਦੇ ਆ ਕੇ ਇੱਥੇ ਦਰਸ਼ਨ ਕਰਦੇ ਸਨ, ਜਿਹੜੀ ਸਾਡੇ ਜੰਮੂ ਦੇ ਵਿੱਚ ਅੱਛਾ। ਔਰ ਉਹਨਾਂ ਦੀ ਇਹ ਲਗਾਤਾਰ ਪਰੰਪਰਾ ਪਹਿਲਾਂ ਉਹਨਾਂ ਦੇ ਪਿਤਾ ਜੀ ਨਿਭਾਉਂਦੇ ਸਨ, ਬਾਬਾ ਫੇਰੂਮਲ ਜੀ। ਫਿਰ ਉਸ ਤੋਂ ਬਾਅਦ ਇਹਨਾਂ ਨੇ ਆਪ ਜਦੋਂ ਇਹਦੇ ਤੇ ਪਰਿਵਾਰ ਦੀ ਜ਼ਿੰਮੇਵਾਰੀ ਆਈ ਤੇ ਇਹਨਾਂ ਨੇ ਵੀ ਇਹ ਸੇਵਾ ਨਿਭਾਉਣੀ ਸ਼ੁਰੂ ਕੀਤੀ, ਯਾਨੀ ਇੱਕ ਉਹਨਾਂ ਦਾ ਲੀਡਰ ਬਣ ਕੇ ਜਥਾ ਲੈ ਕੇ ਜੀ। ਜਿੱਥੇ ਇਹ ਆਪ ਉਸ ਵੇਲੇ ਦੀਆਂ ਸੰਗਤਾਂ ਦੇ ਨਾਲ ਧਾਰਮਿਕ, ਤੁਸੀਂ ਜਿਹੜੇ ਗੱਲ ਰੱਖੀ ਕਿ ਕੀ ਉਹਨਾਂ ਦੇ ਅੰਦਰ ਧਰਮ ਸੀ, ਧਰਮ ਉਹਨਾਂ ਦੇ ਅੰਦਰ ਸੀ। ਮੈਂ ਇੱਕ ਘਟਨਾ ਤੁਹਾਡੇ ਨਾਲ ਜ਼ਿਕਰ ਕਰਦਾ ਕਿ ਜਿਸ ਵੇਲੇ ਕਿਰਤ ਕਰ ਰਹੇ ਸਨ, ਉਸ ਵੇਲੇ ਇਹਨਾਂ ਦਾ ਭਾਈ ਲਹਿਣਾ ਜੀ ਇਹਨਾਂ ਦਾ ਨਾਮ ਸੀ, ਜਿਹੜਾ ਉਸ ਵੇਲੇ ਸੀ ਮੱਤੇ ਕੀ ਸਰਾਂ ਦੇ ਵਿੱਚ, ਜਿੱਥੇ ਇਹ ਆਪਣਾ ਰਹਿਣ ਬਸੇਰਾ ਸੀ, ਉੱਥੇ ਰਹਿੰਦੇ ਸੀ। ਛੋਟੀ ਜਿਹੀ ਇੱਕ ਇਹਨਾਂ ਦੀ ਉੱਥੇ ਦੁਕਾਨ ਸੀ, ਜੋ ਇਹਨਾਂ ਦਾ ਕਾਰੋਬਾਰ ਸੀ ਜਿਹੜਾ, ਤੇ
ਰਾਸ਼ਨ ਸਮੱਗਰੀ ਜੋ ਅੱਜ ਜਿਹਨੂੰ ਅਸੀਂ ਪ੍ਰੋਵੀਜ਼ਨਲ ਸਟੋਰ ਕਹਿ ਦਿੰਦੇ ਹਾਂ, ਯੂਟਿਲਿਟੀ ਸਟੋਰ ਕਹਿੰਦੇ ਹਾਂ ਜਿਹਨਾਂ ਨੂੰ, ਉਸ ਟਾਈਪ ਦਾ ਇਹਨਾਂ ਦਾ ਸਟੋਰ ਸੀਗਾ। ਤੇ ਉੱਥੇ ਭਾਈ ਜੋਧ ਜਿਨ੍ਹਾਂ ਦਾ ਅਸੀਂ ਆਮ ਤੌਰ ਦੇ ਉੱਤੇ ਜ਼ਿਕਰ ਵੀ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ, ਸਿੱਖਾਂ 'ਚ ਜ਼ਿਕਰ ਆਉਂਦਾ ਹੈ, ਸਿੱਖਾਂ ਦੇ ਵਿੱਚ ਜ਼ਿਕਰ ਆਉਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਉਸ ਵੇਲੇ ਭਾਈ ਲਹਿਣੇ ਦੇ ਕੋਲ ਉਹ ਅਕਸਰ ਆ ਕੇ ਤੇ ਰਸਤ ਜਿਹੜੀ ਕੱਚੀ ਰਸਤ ਹੁੰਦੀ ਸੀ ਉਹ ਲੈ ਕੇ ਜਾਂਦੇ ਸੀ, ਡਰਾਈ ਰਾਸ਼ਨ। ਹਾਂ, ਡਰਾਈ ਰਾਸ਼ਨ ਜਿਹਨੂੰ ਕਹਿੰਦੇ, ਉਹ ਦਿਹਾੜੀ ਕਰਦੇ ਸਨ। ਜਿਹੜੀ ਉਹਨਾਂ ਦੀ ਕਿਰਤ ਹੁੰਦੀ ਸੀ, ਕਿਰਤ ਤੋਂ ਜੋ ਉਹਨਾਂ ਦੇ ਪੈਸੇ ਆਣੇ, ਉਹਨਾਂ ਨੇ ਆ ਕੇ ਥੋੜਾ ਬਹੁਤ ਸਮਾਨ ਲੈ ਕੇ ਤੇ ਆਪਣੇ ਘਰ ਜਾ ਕੇ ਆਪਣਾ ਪਰਿਵਾਰ ਚਲਾਉਣਾ ਜੀ। ਕੁਝ ਦਿਨ ਐਸਾ ਵਿੱਚ ਆਇਆ, ਸਮਾਂ ਐਸਾ ਆਇਆ, ਜਿਸ ਤਰ੍ਹਾਂ ਹੁਣ ਅੱਜ ਦਾ ਜਿਹੜਾ ਅਜੋਕਾ ਸਮਾਂ ਚੱਲ ਰਿਹਾ, ਤੁਸੀਂ ਜ਼ਿਕਰ ਕੀਤਾ ਕਿ ਕਰੋਨਾ ਨਾਂ ਦੀ ਇੱਕ ਮਹਾਮਾਰੀ ਫੈਲੀ ਹੈ। ਉਸ ਵੇਲੇ ਕੋਈ ਲੰਬੀ ਇੱਕ ਬਰਸਾਤ ਲੱਗ ਗਈ, 2-4 ਦਿਨ ਲਗਾਤਾਰ ਬਰਸਾਤ ਬੰਦ ਨਹੀਂ ਹੋਈ। ਅੱਛਾ। ਜਦੋਂ ਬਰਸਾਤ ਬੰਦ ਨਹੀਂ ਹੁੰਦੀ ਤੇ ਫਿਰ ਕੀ ਹੁੰਦਾ ਕਿ ਦਿਹਾੜੀਦਾਰਾਂ ਦੀ ਜਿਹੜੀ ਦਿਹਾੜੀ, ਬਿਲਕੁਲ, ਕਿਉਂਕਿ ਬਾਣੀ ਦਾ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਵੀ ਕੀਤਾ, ਗੁਰੂ ਨਾਨਕ ਸਾਹਿਬ ਨੇ ਨਾਨਕ ਸਾਵਣ ਜੇ ਵਸੇ 4 ਮਾਹ ਹੋਏ ਤੇ ਉੱਥੇ ਉਸੇ ਦੇ ਅਨੁਸਾਰ ਜੇ ਅਸੀਂ ਲਈਏ ਤੇ ਉਹਦੇ ਚ ਜਿਹੜੇ ਵਿਚਾਰੇ ਜਿਹੜੇ ਦਿਹਾੜੀਦਾਰ ਹੁੰਦੇ ਨੇ ਉਹਨਾਂ ਦੀ ਦਿਹਾੜੀ ਟੁੱਟ ਜਾਂਦੀ ਹੈ। ਉਹਨੂੰ ਦਿਹਾੜੀ ਨਾ ਲੱਗੀ ਤੇ ਪੈਸੇ ਨਹੀਂ ਆਏ, ਬਿਲਕੁਲ ਪੈਸੇ ਨਹੀਂ ਆਏ ਤੇ ਫਿਰ ਘਰ ਰਸਤ ਵੀ ਨਹੀਂ ਗਈ। ਜੋ ਬਚਦਾ ਖੁਚਦਾ ਸੀਗਾ, ਜੋ ਜਿੰਨਾ ਸੀਗਾ ਉਹ ਉਹਨਾਂ ਨੇ ਆਪਣਾ ਗੁਜ਼ਾਰਾ ਕਰ ਲਿਆ। ਤੀਸਰੇ ਦਿਨ ਜਦੋਂ ਚੌਥੇ ਦਿਨ ਉਹਨਾਂ ਦੀ ਥੋੜੀ ਜੀ ਸਮਾਂ ਵਿੱਚ ਕੁਦਰਤ ਨੇ ਬਾਹਰ ਥੋੜਾ ਸਮਾਂ ਮਿਲਿਆ ਤੇ ਉਹ ਗਏ, ਥੋੜੀ ਜਿਹੀ ਦਿਹਾੜੀ ਲੱਗੀ ਤੇ ਕੁਝ ਕੁ ਪੈਸੇ ਉਹਨਾਂ ਨੂੰ ਮਿਲੇ ਹੋਣੇ ਨੇ। ਉਹ ਲੈ ਕੇ ਵਾਪਸ ਜਦੋਂ ਉਸੇ ਧਰਮੀ ਜੀਵਨ ਉਹਨਾਂ ਦੇ ਵਿੱਚ ਧਰਮ ਕਿੱਥੇ ਤੱਕ ਸੀ, ਕਿਵੇਂ ਦਾ ਧਰਮ ਸੀ, ਆਪਾਂ ਗੱਲ ਇਹ ਵੇਖਣੀ ਹੈ ਕਿ ਗੁਰੂ ਭਾਈ ਲਹਿਣੇ ਦੇ ਅੰਦਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਜਾਨਸ਼ੀਨ ਬੰਦੇ ਨੇ, ਜਿਹੜੇ ਗੁਰੂ ਨਾਨਕ ਸਾਹਿਬ ਤੋਂ ਜਿਹੜੇ ਉਹਨਾਂ ਦੇ ਪੁੱਤਰ ਨਹੀਂ ਲੈ ਸਕੇ, ਬਾਬਾ ਬੁੱਢਾ ਨਹੀਂ ਜੋ ਲੈ ਸਕੇ, ਬਿਲਕੁਲ, ਤੇ ਉਹ ਜਿਹੜੇ ਭਾਈ ਲਹਿਣੇ ਨੂੰ ਮਿਲਿਆ ਜਿਹੜੀ ਜ਼ਿੰਮੇਵਾਰੀ, ਇਹਦਾ ਮਤਲਬ ਉਹਨਾਂ ਦੇ ਅੰਦਰ ਧਰਮ ਪਹਿਲਾਂ ਤੱਕ ਸੀ। ਜਦੋਂ ਭਾਈ ਜੋਧ ਜੀ ਉਹਨਾਂ ਦੇ ਕੋਲ ਆਏ ਨੇ ਤੇ ਭਾਈ ਜੋਧ ਜੀ ਨੇ ਆ ਕੇ ਉਹਨਾਂ ਨੂੰ ਕਿਹਾ, ਭਾਈ ਇਹ ਪੈਸੇ ਲਓ ਤੇ ਰਸਤ ਦਿਓ ਜੀ। ਤੇ ਸਭ ਤੋਂ ਪਹਿਲਾ ਸਵਾਲ ਭਾਈ ਲਹਿਣੇ ਨੇ ਭਾਈ ਜੋਧ ਨੂੰ ਇਹੋ ਕੀਤਾ, ਕਹਿਣ ਲੱਗੇ 3-4 ਦਿਨ ਤੁਸੀਂ ਆਏ ਨਹੀਂ। ਬਿਲਕੁਲ, ਰੋਜ਼ ਆਉਂਦੇ ਸੀ ਕਿਉਂਕਿ ਦੁਕਾਨਦਾਰ ਨੂੰ ਪਤਾ ਹੁੰਦਾ ਮੇਰਾ ਗਾਹਕ ਹੈ, ਇੱਕ ਸਿਸਟਮ ਹੈ ਨਾ ਦੁਨਿਆਵੀ। ਸੋ ਉਹ ਜਦੋਂ ਉਹਨਾਂ ਨੇ ਪੁੱਛਿਆ ਤੇ ਕਹਿਣ ਲੱਗੇ ਜੀ ਮੌਸਮ ਨਹੀਂ ਸੀ ਤੇ ਦਿਹਾੜੀ ਨਹੀਂ ਲੱਗੀ ਤੇ ਜਿਹੜਾ ਘਰ ਜੋ ਬਚਦਾ ਸੀਗਾ ਉਹ ਉਸੇ ਨਾਲ ਗੁਜ਼ਾਰਾ ਕਰ ਲਿਆ ਜੀ। ਤੇ ਅੱਜ ਥੋੜੀ ਦਿਹਾੜੀ ਲੱਗੀ ਸੀ ਤੇ ਥੋੜੇ ਜਿਹੇ ਪੈਸੇ ਜਿਹੜੇ ਲੱਭੇ ਨੇ, ਕਿਉਂਕਿ ਲੱਕੜਾਂ ਵਗੈਰਾ ਦਾ ਕੰਮ ਕਰਦੇ ਸੀ, ਕੱਟਦੇ ਸਨ ਉਹ, ਤੇ ਕੱਟ ਕੇ ਲਿਆਂਦੀਆਂ ਦਿੱਤੀਆਂ ਜੋ ਉਹਨਾਂ ਨੂੰ ਮਿਲਿਆ। ਤੇ ਜਦੋਂ ਉਹਨਾਂ ਨੇ ਰਸਤ ਤੋਲੀ ਤੇ ਜਿਤਨੀ ਉਹ ਆਮ ਰੂਟੀਨ ਦੇ ਵਿੱਚ ਲੈਂਦੇ ਸਨ ਨਾ ਰਸਤ, ਜਿਤਨੀ ਉਹਨਾਂ ਨੂੰ ਚਾਹੀਦੀ ਹੁੰਦੀ ਸੀ ਉਤਨੀ ਰਸਤ ਤੋਲ ਦਿੱਤੀ। ਤੇ ਭਾਈ ਜੋਧ ਕਹਿਣ ਲੱਗੇ ਭਾਈ ਲਹਿਣੇ ਨੂੰ, ਕਹਿੰਦੇ ਕਿ ਮੈਂ ਤੁਹਾਨੂੰ ਪੈਸੇ ਜਿਹੜੇ ਘੱਟ ਦਿੱਤੇ ਨੇ ਤੇ ਤੁਸੀਂ ਰਸਤ ਮੈਨੂੰ ਜ਼ਿਆਦਾ ਦੇ ਰਹੇ ਹੋ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਤੁਸੀਂ ਇਹ ਰਸਤ ਲੈ ਜਾਓ, ਪੈਸੇ ਮੈਨੂੰ ਫਿਰ ਦੇ ਦਿਓ ਤੁਸੀਂ। ਮਤਲਬ ਇੱਥੇ ਕਲੀਅਰ ਹੈ ਵੀ ਭਾਈ ਲਹਿਣੇ ਦੇ ਅੰਦਰ ਵੀ ਧਰਮ ਸੀ ਬਈ ਦੇਖ ਕੇ ਉਹਨੇ ਬਿਨਾਂ ਪੈਸੇ ਲਿਆ ਰਸਤ ਦੇ ਦਿੱਤੀ। ਲੇਕਿਨ ਭਾਈ ਜੋਧ ਕਹਿਣ ਲੱਗੇ ਭਾਈ ਨਹੀਂ, ਮੈਨੂੰ ਮੇਰਾ ਗੁਰੂ ਇਜਾਜ਼ਤ ਨਹੀਂ ਦਿੰਦਾ, ਜੋ ਮੇਰੀ ਪੂੰਜੀ ਹੈ, ਜੋ ਮੈਂ ਤੁਹਾਨੂੰ ਦਿੱਤਾ ਹੈ, ਤੁਸੀਂ ਮੈਨੂੰ ਉਸੇ ਦੇ ਮੁਤਾਬਕ ਦਿਓ। ਬੜਾ ਹੈਰਾਨ ਹੋਇਆ ਕਿ ਇੱਕ ਬੰਦਾ 3-4 ਦਿਨ ਤੋਂ ਭਰ ਕੇ ਖਾ ਨਹੀਂ ਸਕਿਆ, ਪੂਰਾ ਆਪਣਾ ਪੇਟ ਭਰ ਕੇ ਨਹੀਂ ਖਾ ਸਕਿਆ। ਅੱਜ ਮੌਕਾ ਮਿਲਿਆ, ਥੋੜੀ ਬਰਸਾਤ ਘਟੀ ਹੈ, ਇਹ ਆਇਆ ਸਮਾਨ ਲੈਣ ਵਾਸਤੇ ਤੇ ਇਸ ਨੂੰ ਮੈਂ ਦੇ ਰਿਹਾ ਕੁਝ ਦੇ, ਇਹ ਲੈਣ ਤੋਂ ਮਨਾ ਕਰ ਰਿਹਾ ਤੇ ਆਪਣੇ ਗੁਰੂ ਦਾ ਹਵਾਲਾ ਦੇ ਰਿਹਾ। ਜਦੋਂ ਇਤਨਾ ਹੋਇਆ ਤੇ ਮਨ ਵਿੱਚ ਇੱਕ ਧੂ ਪਈ ਕਿ ਚਲ ਭਾਈ ਦੇਖਾਂ ਤਾਂ ਸਹੀ ਬੰਦਾ ਰਹਿੰਦਾ ਕਿੱਥੇ ਹੈ, ਘਰ ਕਿੱਥੇ ਜੀ ਕਰਕੇ ਇਹਦਾ, ਪਿੰਡ ਵਿੱਚ ਪਤਾ ਤੇ ਹੁੰਦਾ ਬੰਦੇ ਪਰ ਅੰਦਰ ਦਾ ਕਈ ਵਾਰੀ ਨਹੀਂ ਪਤਾ ਹੁੰਦਾ। ਉਹ ਰਸਤ ਲੈ ਕੇ ਗਿਆ ਤੇ ਪਿੱਛੇ ਜਾ ਕੇ ਉਹਦੇ ਘਰ ਵੇਖਣਾ ਸ਼ੁਰੂ ਕੀਤਾ। ਮੈਂ ਸੰਖੇਪ ਚ ਗੱਲ ਰੱਖਾਂਗਾ ਜੀ। ਜਦੋਂ ਘਰ ਵੇਖਿਆ ਤੇ ਜਾ ਕੇ ਉਹ ਜਿਹੜਾ ਦਰਵਾਜ਼ਾ ਲੱਗਾ ਸੀ ਉਹ ਵਿੱਚ ਬਿਰਲਾਂ ਵੀ ਹੁੰਦੀਆਂ, ਜਿਹੜੇ ਦਰਵਾਜ਼ੇ ਪੁਰਾਣੇ ਸਮਿਆਂ ਵਿੱਚ, ਤੇ ਅੰਦਰ ਛੱਪਰ ਬਣਿਆ ਹੋਇਆ ਸੀ। ਖੈਰ ਬੜੀ ਸੰਖੇਪ ਚ ਗੱਲ ਕਿ ਜਦੋਂ ਉਹ ਲੈ ਕੇ ਗਿਆ ਤੇ ਉਸ ਦੀਆਂ 2 ਪ੍ਰਸ਼ਾਦੇ ਬਣੇ ਜੀ। 2 ਪ੍ਰਸ਼ਾਦੇ ਬਣੇ, ਜਦੋਂ ਉਸ ਰਸਤੇ ਦੇ 2 ਪ੍ਰਸ਼ਾਦੇ ਬਣੇ ਤਾਂ ਉਹ ਵੇਖ ਰਿਹਾ ਸੀ ਤੇ ਇੰਨੇ ਚਿਰ ਚੁੱਕੀ ਹੋਇਆ ਕਿ ਇੱਕ ਜਿਹੜਾ ਸਾਧੂ ਸੀ ਕੋਈ, ਉਸਨੇ ਆ ਕੇ ਅਲਖ ਜਗਾਈ। ਉਹ ਕਹਿਣ ਲੱਗਾ ਭਾਈ ਕੋਈ ਸਾਡੇ ਲਈ ਖਾਣ ਵਾਸਤੇ। ਹਾਂ, ਜਦੋਂ ਕਵਾੜ ਖੋਲਿਆ ਤੇ ਉਹਨਾਂ ਨੇ ਇੱਕ ਪ੍ਰਸ਼ਾਦਾ ਚੱਕਿਆ ਤੇ ਉਹ ਸਾਧੂ ਨੂੰ ਦੇ ਦਿੱਤਾ। ਅੱਛਾ, ਪਿੱਛੇ ਰਹਿ ਗਿਆ ਇੱਕ ਪ੍ਰਸ਼ਾਦਾ। ਜਦੋਂ ਇੱਕ ਪ੍ਰਸ਼ਾਦਾ ਰਹਿ ਗਿਆ ਤੇ ਦੋਵੇਂ ਜੀ ਬੈਠੇ, ਘਰ ਦੀ ਬੈਠੀ ਨਾਲ ਆਪ ਬੈਠਾ ਭਾਈ ਜੋਧ, ਤੇ ਸ਼ੁਕਰ ਕੀਤਾ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦਾ। ਤੇ ਸ਼ੁਕਰ ਦੇ ਵਿੱਚ ਉਸ ਪ੍ਰਸ਼ਾਦੇ ਨੂੰ ਉਹਨਾਂ ਨੇ ਚੁੱਕਿਆ ਤੇ ਅੱਧਾ ਕੀਤਾ ਤੇ ਇੱਕ ਦੂਜੇ ਨੂੰ ਦੇ ਦਿੱਤਾ। ਤੇ ਘਰ ਵਾਲੀ ਕਹਿਣ ਲੱਗੀ ਲੋ ਤੁਸੀਂ ਵੱਧ ਖਾ ਲਓ ਥੋੜਾ ਜਿਹਾ, ਕਿਉਂਕਿ ਤੁਸੀਂ ਕੰਮ ਕਰਨਾ ਹੁੰਦਾ ਤੇ ਤੁਸੀਂ ਤਾਕਤ ਚ ਹੋਵੋਗੇ, ਕੰਮ ਕਰੋਗੇ ਤੇ ਤੁਸੀਂ ਮੈਨੂੰ ਮਿਲ ਜਾਏਗਾ। ਪਰ ਉਹ ਕਹਿਣ ਲੱਗਾ ਤੇਰੇ ਛੋਟਾ ਬੱਚਾ ਹੈ, ਇਸਨੇ ਦੁੱਧ ਵੀ ਪੀਣਾ ਹੁੰਦਾ ਹੈ ਤੇ ਤੂੰ ਵੱਧ ਖਾ ਲੈ।
ਇਹ ਜਦੋਂ ਅੰਦਰ ਦਾ ਸੀਨ ਦੇਖਿਆ, ਜਦੋਂ ਉਹਨਾਂ ਦੇ ਅੰਦਰ ਇਹ ਧੂ ਪਈ, ਇੰਨਾ ਸੰਤੋਖੀ ਜੀ, ਇਤਨਾ ਸੰਤੋਖੀ ਜੀਵਨ ਜੀ, ਇਹ ਕਿੱਥੋਂ ਜੀਵਨ ਸਿੱਖਿਆ ਹੋਏਗਾ ਇਹਨੂੰ? ਧਰਮੀ ਮੈਂ ਵੀ ਹਾਂ ਵੀ ਇਹ ਕਿਹੜੇ ਧਰਮ ਨਾਲ ਅੱਜ ਘਰ ਗਿਆ, ਅੱਜ ਨੀਂਦ ਨਹੀਂ ਕਰ ਆਈ ਭਾਈ ਲੈਣਾ ਨੂੰ। ਅੱਛਾ, ਅੱਜ ਨੀਂਦ ਨਹੀਂ ਆਈ। ਹਾਂ, ਰਾਤ ਗਿਆ ਜਾ ਕੇ ਘਰ, ਪੂਰੀ ਰਾਤ ਸੋਚਦਾ, ਪੂਰੀ ਰਾਤ ਅੰਦਰੋਂ ਜਿਹੜਾ ਇੱਕ ਅਕਸ ਜਿਹੜਾ ਆਵਾਜ਼ ਦਿੰਦਾ ਕਿ ਭਾਈ ਮੈਂ ਕੀ ਵੇਖ ਕੇ ਆਇਆ। ਅਜੇ ਪੈਰ ਰਾਤ ਰਹਿੰਦੀ ਹੈ ਤੇ ਫਿਰ ਚਲਾ ਗਿਆ ਉਸ ਘਰ ਨੂੰ ਵੇਖਣ ਕਿ ਦੇਖਾਂ ਮੈਂ ਕਿ ਇਹਨਾਂ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ। ਤੇ ਅੱਜ ਸ਼ੁਰੂਆਤ ਜਦੋਂ ਦੇਖਣ ਆਇਆ ਨਾ, ਤੇ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕਰ ਰਿਹਾ ਤੇ ਨਾਲ ਬਾਣੀ ਪੜ੍ਹ ਰਿਹਾ ਆਸਾ ਦੀ ਆਵਾਜ਼ ਦੀ। ਜਦੋਂ ਬਾਣੀ ਪੜ੍ਹ ਰਿਹਾ ਨਾਲ ਜਦੋਂ ਉਹ ਸ਼ਬਦ ਸਮਝਣ ਆਣੇ ਸ਼ੁਰੂ ਹੋ ਗਏ, ਜਿਤ ਕੀਤਾ ਪਾਈਏ ਆਪਣਾ ਸਾ ਕਾਮੁਰੀ ਕਿਉਂ ਘਾਲੀਏ, ਮੰਦਾ ਮੂਲ ਲ ਕੀਚੇ ਦੇ ਲੰਮੀ ਨਦਰ ਨਿਹਾਲੀਏ। ਜਦੋਂ ਗੁਰੂ ਸਾਹਿਬ ਦੇ ਇਹ ਬਚਨ ਕੰਨਾਂ 'ਚ ਗਏ, ਅੰਦਰ ਤ੍ਰਿਪਤ ਹੋ ਗਿਆ। ਇੰਨੀ ਮਿੱਠੀ ਬਾਣੀ, ਇੰਨੇ ਪਿਆਰ ਵਾਲੀ ਗੱਲਾਂ, ਇਤਨਾ ਜੀਵਨ ਸਾਕਾਰ ਕਰਦੀ ਹੈ। ਦਰਵਾਜ਼ਾ ਖੋਲਿਆ, ਭਾਈ ਜੋਧ ਦੇ ਕੋਲ ਗਿਆ, ਕਹਿਣ ਲੱਗਾ ਭਾਈ ਇਹ ਕਲਾਮ ਕਿਹਦਾ ਪੜਦਾ, ਇਹ ਬਾਣੀ ਕਿਹਦੀ ਪੜਦਾ ਜੀ? ਕਹਿਣ ਲੱਗਿਆ ਮੈਂ ਬਾਬੇ ਨਾਨਕ ਦੀ ਬਾਣੀ ਪੜਦਾ, ਗੁਰੂ ਨਾਨਕ ਦੀ ਬਾਣੀ ਪੜਦਾ। ਕਹਿੰਦੇ ਮੇਰੀ ਮੁਲਾਕਾਤ ਕਰਵਾ ਗੁਰੂ ਨਾਨਕ ਦੇ ਨਾਲ। ਜਾਣੀ ਕਿ ਮੈਂ ਭਾਈ ਜੋ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ। ਬਿਲਕੁਲ। ਅੱਛਾ, ਉਹਨਾਂ ਨੇ ਸਿੱਖੀ ਧਾਰਨ, ਉਹਨਾਂ ਦੀ ਸਿੱਖੀ ਸੀ। ਜਾਣੀ ਕਹਿਣ ਤੋਂ ਭਾਵ ਇਹ ਇੱਕ ਜੋਤ ਤੋਂ ਦੂਜੀ ਜੋਤ ਹਾਂ ਬਿਲਕੁਲ, ਔਰ ਬਾਣੀ ਦੁਆਰਾ ਜਗਿਆ ਹੋਇਆ ਦੀਵਾ। ਭਾਈ ਮਨਸੁਖ ਨੇ ਕੋਈ ਮੂੰਹ ਨਹੀਂ ਬੋਲਿਆ, ਕੇਵਲ ਜੀਵਨ ਤੋਂ ਹੀ ਉਹਨਾਂ ਦਾ ਜੀਵਨ ਕਿਰਦਾਰ ਦੇਖਿਆ। ਇੱਥੇ ਜੀ ਦੋ ਪਹਿਲੂ ਕਲੀਅਰ ਹੋ ਜਾਂਦੇ ਨੇ। ਇੱਕ ਤੇ ਕਿ ਗੁਰੂ ਨਾਨਕ ਦਾ ਜਿਹੜਾ ਸਿੱਖ ਹੈ ਉਹਦਾ ਜੀਵਨ ਕਿਰਦਾਰ ਹੀ ਪ੍ਰਚਾਰ ਹੈ, ਚਾਹੇ ਉਹ ਵਪਾਰ ਕਰ ਰਿਹਾ ਹੋਵੇ ਪਰ ਵਪਾਰ ਦੇ ਵਿੱਚ ਵੀ ਪ੍ਰਚਾਰ ਹੋਵੇ। ਬਿਲਕੁਲ। ਦੂਜਾ ਨੰਬਰ ਇਹ ਹੈ ਵੀ ਭਾਈ ਲਹਿਣਾ ਜੀ ਜਿਨ੍ਹਾਂ ਦੀ ਅਸੀਂ ਬਾਤ ਕਰ ਰਹੇ ਹਾਂ, ਇਹ ਕਲੀਅਰ ਹੈ ਕਿ ਬਈ ਇਹਨਾਂ ਦੇ ਅੰਦਰ ਧਰਮ ਪਹਿਲਾਂ ਸੀ, ਪਰ ਧਰਮ ਦੀ ਕੇਵਲ ਇੱਕ ਰਸਮਾਂ ਨਿਭਾ ਰਹੀ ਸੀ। ਦਿਸ਼ਾ ਜਿਹੜੀ ਸੀ, ਦਿਸ਼ਾ ਗਲਤ ਹੋਣ ਕਰਕੇ ਕੇਵਲ ਰਸਮੀ ਧਰਮ ਇੱਕ ਬਣ ਚੁੱਕਿਆ ਸੀ। ਔਰ ਜਿਸ ਦਿਨ ਭਾਈ ਮਨਸੁਖ ਦੇ ਆਪਣਾ ਜੋਤ ਜੀ ਦੇ ਦੁਆਰਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਜੀ। ਹੁਣ ਦੇਖੋ ਇੱਕ ਗੱਲ ਇੱਥੇ ਹੋਰ ਬੜੀ ਧਿਆਨ ਮੰਗਦੀ ਹੈ। ਗੁਰੂ ਨਾਨਕ ਦੇ ਦਰਸ਼ਨ ਤੋਂ ਪਹਿਲਾਂ ਸ਼ਬਦ ਦੇ ਦਰਸ਼ਨ ਪਹਿਲਾਂ ਹੋਏ, ਸ਼ਬਦ ਦੇ ਗੁਰਬਾਣੀ ਦੇ ਦਰਸ਼ਨ ਪਹਿਲਾਂ ਹੋਏ। ਔਰ ਬਾਣੀ ਨੇ ਜੀਵਨ ਚੇਂਜ, ਬਾਣੀ ਨੇ ਜੀਵਨ ਬਦਲਣਾ। ਅੰਦਰ ਇੱਕ ਪਿਆਸ ਬਣ ਗਈ ਕਿ ਮੈਂ ਮਿਲਾਂ। ਇਹਦੇ 'ਚ ਵੀ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਗੁਰਬਾਣੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਆਪ ਸ਼ਬਦ ਹੈ ਕਿ ਜਦੋਂ ਸਿੱਧਾਂ ਨਾਲ ਗੱਲ ਹੋਈ ਸੀ ਵੀ ਤੁਹਾਡਾ ਗੁਰੂ ਕੌਣ ਹੈ, ਤੇ ਉਹਨੇ ਸ਼ਬਦ ਗੁਰੂ ਕਿਹਾ। ਇਹਦਾ ਮਤਲਬ ਕੁਦਰਤੀ ਗੱਲ ਹੈ ਕਿ ਇੱਕ ਸਰੀਰ ਦੇ ਦਰਸ਼ਨ ਜਿਹੜੇ ਨੇ ਉਹ ਸ਼ਾਇਦ ਜੀਵਨ ਬਦਲ ਨਾ ਬਦਲਣ, ਪਰ ਸ਼ਬਦ ਰੂਪੀ ਦਰਸ਼ਨ ਜਿਹੜਾ ਜੀਵਨ ਬਦਲਦਾ। ਬਿਲਕੁਲ। ਸਰੀਰ ਕਰਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਤੇ ਹੋਰਾਂ ਨੇ ਵੀ ਬਹੁਤ ਕੀਤੇ, ਬੜੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਪਰ ਜਿਹੜਾ ਜੀਵਨ ਬਦਲਿਆ ਉਹ ਜਿਨ੍ਹਾਂ ਨੇ ਸ਼ਬਦ ਦੇ ਦਰਸ਼ਨ ਕੀਤੇ, ਜਿਨ੍ਹਾਂ ਨੇ ਸ਼ਬਦ ਨੂੰ ਸੁਰਤ ਦੇ ਨਾਲ ਮੇਲ ਕੀਤਾ, ਉਹ ਜਾ ਕੇ ਤੇ ਹੁਣ ਇੱਥੇ ਥੋੜੀ ਜਿਹੀ ਮੈਂ ਗੱਲ ਹੋਰ ਅੱਗੇ ਵਧਾ ਦਿੰਦਾ। ਅੰਦਰ ਜਦੋਂ ਪਿਆਸ ਬਣੀ ਸੀ ਕਿ ਭਾਈ ਹੁਣ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ, ਤੇ ਇਸ ਵਾਰ ਜਦੋਂ ਉਹ ਹਰ ਸਾਲ ਦੀ ਤਰ੍ਹਾਂ ਜਦੋਂ ਲੈ ਕੇ ਜਾ ਰਹੇ ਸਨ, ਤੇ ਜਦੋਂ ਐਡਰੈਸ ਨੈਚੁਰਲੀ ਗੱਲ ਹੈ ਕਿ ਅਸੀਂ ਜਦੋਂ ਕਿਸੇ ਨੂੰ ਮਿਲਦੇ ਹਾਂ ਪਤਾ ਪੁੱਛ ਲੈਂਦੇ ਹਾਂ, ਅਸੀਂ ਪਤਾ ਪੁੱਛ ਲੈਂਦੇ ਹਾਂ, ਤੇ ਕਰਤਾਰਪੁਰ ਦਾ ਜ਼ਿਕਰ ਉਹਨਾਂ ਕੀਤਾ। ਤੇ ਜਦੋਂ ਕਰਤਾਰਪੁਰ ਦਾ ਜ਼ਿਕਰ ਹੋਇਆ ਤੇ ਇਸ ਵਾਰ ਜਦੋਂ ਉਹ ਆਪਣੇ ਜਿਹੜੀ ਸੰਗਤਾਂ ਉਹਨਾਂ ਦੀਆਂ ਮਾਤਾ ਦੀ ਜਿਹੜੀ ਸੰਗਤ ਲੈ ਕੇ ਜਾ ਰਹੇ ਸਨ, ਤੇ ਜਦੋਂ ਨਜ਼ਦੀਕ ਪੁੱਜੇ ਤੇ ਉਹਨਾਂ ਨੇ ਛਾਉਣੀ ਬਣਾਈ, ਉੱਥੇ ਟਿਕਾਣਾ ਕੀਤਾ, ਤੇ ਕਹਿਣ ਲੱਗੇ ਭਾਈ ਮੈਂ ਜਿਹੜਾ ਗੁਰੂ ਨਾਨਕ ਤਪੇ ਦੇ ਦਰਸ਼ਨ ਕਰਕੇ ਆਇਆ ਜੀ, ਤੇ ਜੇ ਤੁਸੀਂ ਵੀ ਕਿਸੇ ਨੇ ਚੱਲਣਾ ਤੇ ਚੱਲੋ। ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਚੋਂ ਕੋਈ ਵੀ ਨਹੀਂ ਨਿਕਲਿਆ, ਇਕੱਲੇ ਹੀ ਨਿਕਲੇ ਨਾ। ਦੂਸਰੀ ਗੱਲ ਜੇ ਸਰੀਰ ਦੀ ਗੱਲ ਕਰਨੀ ਹੋਵੇ, ਵੇਖੋ ਵੀਰ ਜੀ, ਤੇ ਗੁਰੂ ਨਾਨਕ ਦਾ ਮਿਲਾਪ ਤੇ ਭਾਈ ਲੈਣੇ ਦੇ ਨਾਲ ਤਾਂ ਪਹਿਲਾਂ ਹੀ ਹੋ ਗਿਆ। ਉੱਥੇ ਸ਼ਬਦ ਦਾ ਤਾਂ ਹੋਇਆ ਸੀ, ਲੇਕਿਨ ਗੁਰੂ ਨਾਨਕ ਨੂੰ ਜਦੋਂ ਰਾਹ ਪੁੱਛਿਆ ਜਾ ਕੇ, ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਭਾਈ ਨਾਨਕ ਤੱਪੇ ਦੇ ਘਰ ਜਾਣਾ, ਤੇ ਉਸ ਵੇਲੇ ਬਾਬੇ ਦੇ ਕੱਪੜੇ ਲਿਬੜੇ ਹੋਏ ਸਨ। ਉਹ ਬਿਲਕੁਲ ਇੱਥੋਂ ਤੱਕ ਕਹਿੰਦੇ ਨੇ ਕਿ ਉਹ ਬੱਟਾਂ ਦੇ ਉੱਤੋਂ ਘਰ ਰੁਕ ਰਹੇ ਸੀ ਰੰਬੇ ਦੇ ਨਾਲ। ਬਿਲਕੁਲ। ਤੇ ਬੜੇ ਕਮਾਲ ਦੀ ਉਹ ਕਹਿੰਦੇ ਨੇ ਵੀ ਉਹਨੇ ਸਵਾਲ ਪੁੱਛਿਆ ਵੀ ਗੁਰੂ ਨਾਨਕ ਦੇ ਘਰ ਨੂੰ ਰਾਹ ਕਿਹੜਾ ਜਾਂਦਾ, ਤੇ ਗੁਰੂ ਨਾਨਕ ਸਾਹਿਬ ਇਹ ਜਵਾਬ ਦਿੰਦੇ ਨੇ ਵੀ ਤੂੰ ਗੁਰੂ ਨਾਨਕ ਦੇ ਘਰ ਜਾਣਾ ਹੈ ਜਾਂ ਕੇਵਲ ਰਾਹ ਪੁੱਛਣਾ, ਕਿਉਂਕਿ ਇੱਥੇ ਰਾਹ ਪੁੱਛਣ ਵਾਲੇ ਵੀ ਬੜੇ ਨੇ। ਉਹਨਾਂ ਕਹਿੰਦੇ ਮੈਂ ਜਾਣਾ ਹੈ। ਤਾਂ ਇੱਥੇ ਇੱਕ ਚੀਜ਼ ਹੋਰ ਇਸ ਗੱਲ ਉੱਪਰ ਜਿਹੜੀ ਹੈ ਬੜੀ ਮਾਣ ਵਾਲੀ ਗੱਲ ਹੈ ਕਿ ਦੇਖੋ ਤੁਸੀਂ ਗੁਰੂ ਨਾਨਕ ਸਾਹਿਬ ਦੀ ਉਸ ਵਕਤ ਉਮਰ ਜਿਹੜੀ ਹੈ ਬਹੁਤ ਜ਼ਿਆਦਾ ਹੈ ਜੀ, ਠੀਕ ਹੈ ਜੀ, ਬਿਲਕੁਲ। ਇਹ ਇੰਨੀ ਉਮਰ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਸਾਹਿਬ ਕਿਰਤੀ ਨੇ, ਬਿਲਕੁਲ। ਕੋਈ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਕੋਈ ਜਾਣਦਾ ਨਹੀਂ ਹੈ। ਗੁਰਦਾਸਪੁਰ ਕੋਲ ਗੁਲਾਮ ਅਹਿਮਦ ਕਾਦੀਆ ਰਹਿੰਦੇ ਨੇ, ਉਹ ਕਹਿੰਦੇ ਨੇ ਗੁਰੂ ਨਾਨਕ ਦੇ 3 ਕਰੋੜ ਸਿੱਖ ਸੀ। ਬਿਲਕੁਲ। ਦੇਖੋ ਅੱਜ 500 ਆਦਮੀ ਕਿਸੇ ਦੇ ਪਿੱਛੇ ਹੋਵੇ, ਆਦਮੀ ਮੇਰੇ ਖਿਆਲ ਪੈਰ ਧਰਤੀ ਤੇ ਨਹੀਂ ਲਾਉਂਦਾ। ਬਿਲਕੁਲ ਜੀ। ਉਹਦੇ ਕਲਮੰਡਲ ਚੁੱਕਣ ਵਾਲਾ ਹੋੜ, ਉਹਦੇ ਹੱਥ ਧੋਣ ਵਾਲਾ ਹੋੜ, ਪਰ ਕਿਆ ਬਾਤ ਹੈ ਗੁਰੂ ਨਾਨਕ ਸਾਹਿਬ ਦੀ ਇੰਨੀ ਉਮਰ ਔਰ ਇੰਨੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਬੋਲਬਾਲਾ ਪੂਰੀ ਦੁਨੀਆ ਦੇ ਵਿੱਚ ਹੈ। ਤੇ ਹੋਰ ਗੁਰੂ ਨਾਨਕ ਸਾਹਿਬ ਜਿਹੜੇ ਨੇ ਕਰਤਾਰਪੁਰ ਖੇਤੀ, ਬਿਲਕੁਲ ਕਰੀਬ ਗੁਰੂ ਨਾਨਕ ਸਾਹਿਬ ਦੀ ਜਿਹੜੀ ਉਮਰ ਬੰਦੀ ਉਸ ਵੇਲੇ 63 ਸਾਲ ਦੇ ਕਰੀਬ ਬੰਦੀ। 63 ਸਾਲ ਦੀ ਉਮਰ ਦੇ ਵਿੱਚ
ਔਰ ਸਭ ਤੋਂ ਵੱਡੀ ਗੱਲ ਵੀ ਇੰਨਾ ਪਪੂਲਰ ਸੰਸਾਰ ਦੇ ਵਿੱਚ ਹੋਣ ਦੇ ਬਾਵਜੂਦ ਹਾਂ ਔਰ ਇਹੀ ਕਾਰਨ ਸੀ। ਇੱਕ ਤੇ ਬਾਣੀ ਜਿਹੜੀ ਸੀ ਉਹ ਪਹਿਲਾਂ ਭਾਈ ਜੋਤ ਜੀ ਕੋਲੋਂ ਸੁਣ ਕੇ ਆਏ ਨੇ ਜੀ, ਤੇ ਗੁਰੂ ਨਾਨਕ ਸਾਹਿਬ ਦਾ ਪ੍ਰੈਕਟੀਕਲੀ ਜੀਵਨ ਜਿਹੜਾ ਉਹਨਾਂ ਨੇ ਦੇਖਿਆ ਨਾਲ। ਫਿਰ ਉਸ ਵੇਲੇ ਇੱਕ ਗੱਲ ਹੋਰ ਖਾਸ ਇਹ ਹੈ ਕਿ ਧਰਮ ਉਹਨਾਂ ਦੇ ਅੰਦਰ ਕਿੱਥੋਂ ਤੱਕ ਸੀ ਕਿ ਨੌਜਵਾਨੀ ਦੀ ਉਹਨਾਂ ਦੀ ਉਮਰ ਹੈ 28-29 ਸਾਲ ਦੀ ਉਮਰ ਹੈ ਜਦੋਂ ਗੁਰੂ ਨਾਨਕ ਦੇ ਨਾਲ ਮਿਲਾਪ ਹੋਇਆ ਗੁਰੂ ਅੰਗਦ ਸਾਹਿਬ। ਮਤਲਬ ਅੱਜ 28-29 ਸਾਲ ਦਾ ਬੱਚਾ ਜਾਂ ਨੌਜਵਾਨ ਨੂੰ ਅਸੀਂ ਦੇਖੀ ਤੇ ਉਹਦਾ ਇਸ ਪਾਸੇ ਆਉਂਦਾ ਉਹਦਾ ਜੀਵਨ ਧਰਮ ਦਾ ਉਸਨੂੰ ਪਤਾ ਹੀ ਨਹੀਂ ਹੁੰਦਾ ਵਿਚਾਰੇ ਨੂੰ ਕਿ ਧਰਮ ਅਸਲ ਕੀ ਚੀਜ਼ ਹੈ। ਬਿਲਕੁਲ। ਔਰ ਮੈਂ ਕਹਿੰਦਾ ਕਿ ਇਹ ਉਹ ਸਮਾਂ ਸੀ ਕਿ ਤੁਸੀਂ ਦੇਖੋ 4 ਗੁਰੂ ਸਾਹਿਬਾਨ ਤਕਰੀਬਨ 40 ਕਿਲੋਮੀਟਰ ਦੇ ਵਿੱਚ ਇਕੱਠੇ ਰਹਿ ਰਹੇ। ਬਿਲਕੁਲ ਇੱਕੋ ਗੁਰੂ ਨਾਨਕ ਸਾਹਿਬ ਵੀ ਉਸ ਵਕਤ ਕਰਤਾਰਪੁਰ ਸਾਹਿਬ ਦੇ ਵਿੱਚ, ਗੁਰੂ ਅੰਗਦ ਸਾਹਿਬ ਵੀ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਏ, ਗੁਰੂ ਅਮਰਦਾਸ ਮਹਾਰਾਜ ਵੀ ਉਸ ਵਕਤ ਨੇ, ਠੀਕ ਹੈ ਜੀ, ਔਰ ਗੁਰੂ ਰਾਮਦਾਸ ਪਾਤਸ਼ਾਹ ਵੀ ਇਕੱਠਾ ਹੀ ਇੱਕ ਜੀ। ਬਿਲਕੁਲ। ਅੱਛਾ ਬੱਚੇ, ਗੁਰੂ ਨਾਨਕ ਸਾਹਿਬ ਦੇ ਨਾਲ ਮੁਲਾਕਾਤ ਹੋਣ ਤੋਂ ਬਾਅਦ ਜੀ ਜਿਹੜੇ ਭਾਈ ਲਹਿਣਾ ਜੀ, ਕੁਦਰਤੀ ਗੱਲ ਹੈ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰੈਕਟੀਕਲੀ ਜੀਵਨ ਵੀ ਦੇਖ ਲਿਆ ਔਰ ਉਹਨਾਂ ਦੀ ਬਾਣੀ ਵੀ ਜਿਹੜੀ ਸੀ ਔਰ ਉਹਨਾਂ ਦੇ ਸਿੱਖਾਂ ਦਾ ਜੀਵਨ, ਸਭ ਤੋਂ ਵੱਡੀ ਗੱਲ ਉਹਨਾਂ ਦੇ ਸਿੱਖਾਂ ਦੇ ਜੀਵਨ ਨੇ ਪ੍ਰੇਰਿਤ ਕੀਤਾ। ਬਿਲਕੁਲ। ਗੁਰੂ ਸਾਹਿਬ ਦਾ ਜੀਵਨ ਬਾਅਦ ਚ ਦੇਖਿਆ, ਪਹਿਲੇ ਸਿੱਖ ਦਾ ਜੀਵਨ ਦੇਖਿਆ ਜੀ। ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਚੱਲਦੇ ਆਮ ਤੌਰ ਤੇ ਇੱਕ ਇਸ ਕਹਾਣੀਆਂ ਜਿਹੜੀਆਂ ਨੇ ਜੋੜੀਆਂ ਜਾਂਦੀਆਂ ਨੇ, ਸਾਖੀਆਂ ਵੀ ਤੁਸੀਂ ਨੂੰ ਕਹਿ ਲਓ ਕਿ ਬਈ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਅੱਧੀ ਰਾਤ ਨੂੰ ਉਠਾਤਾ ਬਈ ਧਰਮਸ਼ਾਲਾ ਦੀ ਦੀਵਾਰ ਡਿੱਗ ਗਈ ਹੈ ਤੇ ਤੂੰ ਦੀਵਾਰ ਚੜ੍ਹ। ਅੱਛਾ, ਜਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਚੂਹੀ ਮਰ ਚੁੱਕ ਗਈ ਹੈ, ਤੂੰ ਨਾਲੀ ਚੋਂ ਚੁੱਕ ਜੋ ਕੇ ਬਾਹਰ ਸਾਡੇ ਗੜਬਾ। ਇਹ ਕਾਰਨ ਕੀ ਹੈ ਵੀ ਗੁਰੂ ਨਾਨਕ ਸਾਹਿਬ ਕੀ ਭਾਈ ਲਹਿਣਾ ਜੀ ਨੂੰ ਕੋਈ ਨੀਵਾਂ ਦੱਸਣ ਵਾਸਤੇ ਥੋੜਾ ਇਹ ਕੰਮ ਕਰ ਰਹੇ ਸੀ? ਨਹੀਂ, ਕੋਈ ਨਾ ਪਿੱਛੇ ਦੇ ਪਿੱਛੇ ਕਾਰਨ ਹੈ, ਇੱਕ ਲੌਜੀਕ ਸੀ ਜੀ। ਗੁਰੂ ਨਾਨਕ ਸਾਹਿਬ ਉਸ ਨਿਰੰਕਾਰ ਰੂਪ ਦੀ ਜੋਤ ਸਨ। ਉਹਨਾਂ ਨੇ ਇੱਥੇ ਆ ਕੇ ਮਨੁੱਖ ਨੂੰ ਮਨੁੱਖੀ ਕੰਮ ਕਰਨ ਦੀ ਇਜਾਜ਼ਤ ਦਿੱਤੀ। ਬਿਲਕੁਲ। ਇਨਸਾਨੀ ਮਨੁੱਖ ਦੇ ਅੰਦਰ ਕਿਸ ਤਰ੍ਹਾਂ ਆ ਸਕੇ ਇੱਕ ਪ੍ਰੈਕਟੀਕਲ ਤੌਰ ਤੇ ਦੱਸੀ ਉਹਨਾਂ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇੱਕ ਵਿਜ਼ਨ ਸੀ, ਜਦੋਂ ਕਿਉਂਕਿ ਕਰਤਾਰਪੁਰ ਸਾਹਿਬ ਉਹਨਾਂ ਦਾ ਜੋ ਰਹਿਣ ਦਾ ਸਮਾਂ ਹੈ 17-18 ਸਾਲ ਅਸੀਂ ਟੈਂਟੇਟਿਵਲੀ ਤੌਰ ਤੇ ਗਿਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਪ੍ਰਚਾਰ ਫੇਰੀਆਂ ਕਰਨ ਤੋਂ ਬਾਅਦ ਪੂਰੀ ਕਹਿ ਲਓ ਕਿ ਬਹੁਤ ਵੱਡਾ ਭਰਮਣ ਗੁਰੂ ਨਾਨਕ ਬਾਬੇ ਨੇ ਕੀਤਾ। ਬਿਲਕੁਲ। ਇੰਨਾ ਵੱਡਾ ਭਰਮਣ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਹੁਣ ਕਰਤਾਰਪੁਰ ਆ ਕੇ ਟਿਕੇ ਨੇ। ਉੱਥੇ ਉਹਨਾਂ ਨੇ ਸਿੱਖਾਂ ਵਾਸਤੇ ਜਾਂ ਮਨੁੱਖਤਾ ਵਾਸਤੇ ਪੂਰਨੇ ਪਾਣੇ ਸ਼ੁਰੂ ਕਰ ਦਿੱਤੇ ਕਿ ਭਾਈ ਕਿਰਤੀ ਜੀਵਨ ਕੀ ਹੈ। ਬਿਲਕੁਲ। ਤੇ ਭਾਈ ਲਹਿਣਾ ਵੀ ਉਸ ਬਾਣੀ ਦੇ ਨਾਲ ਤੇ ਕਿਰਤੀ ਜੀਵਨ ਨੂੰ ਤੇ ਸਿੱਖ ਦਾ ਜੀਵਨ ਦੇਖ ਕੇ ਇੱਥੇ ਪਹੁੰਚਿਆ। ਹੁਣ ਗੁਰੂ ਨਾਨਕ ਸਾਹਿਬ ਨੂੰ ਪਤਾ ਕਿ ਮੇਰੀ ਉਮਰ ਵੀ ਜਿਹੜੀ ਹੈ ਇੱਕ ਐਸੇ ਪੜਾਅ ਤੇ ਆ ਗਈ ਕਿ ਇਹ ਸ਼ਰੀਰੀ ਚੋਂ ਜਿਹੜਾ ਜਾਣਾ ਹੀ ਜਾਣਾ। ਹੁਣ ਜੋਤ ਵੀ ਅੱਗੇ ਟ੍ਰਾਂਸਫਰ ਕਰਨੀ ਹੈ, ਕਿੱਥੇ ਕਰਨੀ ਹੈ? ਕਿਉਂਕਿ ਪਹਿਲੀ ਪਰੰਪਰਾ ਤੇ ਇਹ ਸਨ ਕਿ ਜੇ ਕੋਈ ਰਾਜੇ ਦੇ ਘਰ ਜੰਮ ਪਿਆ ਤੇ ਰਾਜਾ ਅੱਗੇ ਰਾਜਕੁਮਾਰ ਸੀ। ਬਿਲਕੁਲ। ਜੇ ਕੋਈ ਕਿਸੇ ਸਾਧ ਦੇ ਘਰ ਜੰਮ ਪਿਆ ਤੇ ਗੱਦੀ ਤਿਆਰ ਸੀ। ਬਿਲਕੁਲ। ਬ੍ਰਾਹਮਣ ਦਾ ਪੁੱਤਰ ਬ੍ਰਾਹਮਣ ਸੀ। ਸੋ ਇਹ ਸਾਰਾ ਕੁਝ ਜਦੋਂ ਗੁਰੂ ਨਾਨਕ ਸਾਹਿਬ ਨੇ, ਇਹ ਨਵੀਂ ਕ੍ਰਾਂਤੀ ਸੀ ਨਾ। ਬਿਲਕੁਲ। ਇਹ ਬਿਲਕੁਲ ਇੱਕ ਨਵੀਂ ਰਾਹ ਸੀ। ਇਹ ਨਿਰਮਲ ਪੰਥ ਸੀ ਗੁਰੂ ਨਾਨਕ ਬਾਬੇ ਦਾ। ਇਹ ਅਲੱਗ ਪੰਥ ਸੀ ਜੋ ਗੁਰੂ ਨਾਨਕ ਬਾਬੇ ਨੇ। ਹੁਣ ਗੁਰੂ ਨਾਨਕ ਸਾਹਿਬ ਨੂੰ ਪਤਾ ਹੈ ਕਿ ਸ਼੍ਰੀ ਚੰਦ ਵੀ ਉੱਥੇ ਹੈ, ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਨੇ। ਬਿਲਕੁਲ। ਉਸ ਵੇਲੇ ਲੋਕ ਤੇ ਗੱਲਾਂ ਕਰਦੇ ਹੀ ਹੋਣਗੇ ਕਿ ਹੁਣ ਇਹਨਾਂ ਚੋਂ ਕਿਹੜਾ ਪੁੱਤਰ ਯੋਗ ਹੈ, ਕਿਹੜਾ ਬੈਠੇਗਾ ਗੱਦੀ ਦੇ ਉੱਤੇ, ਕੱਲ ਨੂੰ ਕੌਣ ਸੰਭੇਗਾ। ਲੇਕਿਨ ਗੁਰੂ ਨਾਨਕ ਸਾਹਿਬ ਨੇ ਇੱਥੇ ਇੱਕ ਬਹੁਤ ਵੱਡੀ ਜਿਹੜੀ ਚੋਣ ਕੀਤੀ, ਚੋਣ ਗੁਰੂ ਨਾਨਕ ਬਾਬੇ ਦੀ ਸੀ। ਔਰ 7 ਸਾਲ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਦੇ ਵਿੱਚ ਰਹੇ। ਉਹਨਾਂ ਦੇ ਭਾਣੇ, ਕਿਉਂਕਿ ਉਹਨਾਂ ਨੇ ਜਦੋਂ ਇਹ ਗੱਲ ਸਵੀਕਾਰ ਕਰ ਲਈ ਤੇ ਆ ਕੇ ਆਪਣੇ ਸਾਥੀਆਂ ਨੂੰ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਭਾਈ ਹੁਣ ਤੁਸੀਂ ਮੈਨੂੰ ਅਸਲ ਘਰ ਮੈਨੂੰ ਮਿਲ ਗਿਆ, ਜੇ ਤੁਸੀਂ ਵੀ ਚੱਲਣਾ ਤੇ ਚੱਲੋ, ਨਹੀਂ ਤੇ ਤੁਹਾਡੀ ਤੇ ਸਾਡੀ ਜਾ ਰਹੇ ਹੋ। ਜਦੋਂ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਉਹਨਾਂ ਨੇ ਕਹਿ ਦਿੱਤੀ, ਗੱਲ ਬਣ ਗਈ, ਸਾਰੀ ਹੋ ਗਈ। ਹੁਣ ਗੁਰੂ ਨਾਨਕ ਦੇ ਦਰਦੇ ਰਹਿ ਗਏ, ਹੋ ਗਏ। ਬਿਲਕੁਲ। ਤੇ ਗੁਰੂ ਨਾਨਕ ਨੂੰ ਉਹਨਾਂ ਨੇ ਜੋ ਉਹਨਾਂ ਦਾ ਹੁਕਮ ਸੀ ਉਹਨੂੰ ਸਿਰ ਮੱਥੇ ਮੰਨਣਾ ਸ਼ੁਰੂ ਕੀਤਾ। ਇਹ ਜਿਹੜੀਆਂ ਸਾਖੀਆਂ ਵੀ ਸਾਨੂੰ ਬੜੀ ਪ੍ਰੇਰਨਾ ਦਿੰਦੀਆਂ। ਬਿਲਕੁਲ। ਜੇ ਅਸੀਂ ਉਹਨਾਂ ਨੂੰ ਉਸ ਭਾਵ ਤੋਂ ਲਈਏ ਤੇ ਜੇ ਅਸੀਂ ਸਿੱਖਣ ਦੇ ਭਾਵ ਤੋਂ ਲਈਏ, ਜੇ ਕਲਪਨਕ ਬਣਾ ਦਈਏ ਤੇ ਫਿਰ ਤਾਂ ਉਹਨੂੰ ਕਿਧਰੇ ਵੀ ਅਸੀਂ ਚੂਹੀ ਜਿਹੜੀ ਮਰੀ, ਉਸ ਵੇਲੇ ਕੀ ਹੁੰਦਾ ਸੀ, ਸੁੱਚ ਭਿੱਟ ਦਾ ਬਹੁਤ ਵੱਡਾ ਜ਼ਮਾਨਾ ਸੀ। ਗੁਰੂ ਨਾਨਕ ਸਾਹਿਬ ਦੇਖਣਾ ਚਾਹੁੰਦੇ ਨੇ ਕਿ ਜਿਸ ਸਿੱਖ ਨੂੰ ਮੈਂ ਇਸ ਜ਼ਿੰਮੇਵਾਰੀ ਦੇਣੀ ਹੈ। ਗੱਦੀ ਨਹੀਂ ਦਿੱਤੀ ਗੁਰੂ ਨਾਨਕ ਨਾ, ਗੁਰੂ ਨਾਨਕ ਨੇ ਗੱਦੀ ਆਪਣੇ ਕੋਲ ਰੱਖੀ, ਗੱਦੀ ਤੇ ਸ਼ਬਦ ਕੋਲ ਰਹੀ ਹੈ। ਉਹ ਤੇ ਬਿਲਕੁਲ ਗੁਰੂ ਸਾਹਿਬ ਦੀ ਬਾਣੀ ਹੈ, ਕੁੱਲਾਂ ਦੇ ਬਾਵਲੇ ਲੈਂਦੇ ਵੱਡੇ ਨੇ ਲੱਜ। ਬਿਲਕੁਲ। ਉੱਥੇ ਤੇ ਉਹ ਇੱਕ ਗੱਦੀ ਸਿਸਟਮ ਹੀ ਨਹੀਂ ਸੀ। ਬਿਲਕੁਲ। ਹਾਂ, ਬਿਲਕੁਲ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਜ਼ਿੰਮੇਵਾਰੀ ਦੇਣੀ ਸੀ ਕਿ ਮਨੁੱਖਤਾ ਦੀ ਅਗਵਾਈ ਕਿਵੇਂ ਹੋਣੀ ਹੈ, ਸ਼ਬਦ ਦੀ ਅਗਵਾਈ, ਸ਼ਬਦ ਦਾ ਪ੍ਰਚਾਰ ਕਿਵੇਂ ਹੋਣਾ ਹੈ ਤੇ ਕਿਸ ਤਰ੍ਹਾਂ ਮਨੁੱਖਤਾ ਨੇ ਨਾਲ ਜੁੜਨਾ। ਤੇ ਹੁਣ ਗੁਰੂ ਨਾਨਕ ਦੀ ਭਾਲ ਸੀ ਕਿ ਮੈਨੂੰ ਕੋਈ ਐਸਾ ਚਿਹਰਾ, ਐਸਾ ਸਰੀਰ, ਐਸੀ ਜਗ੍ਹਾ ਮਿਲੇ ਜਿੱਥੇ ਮੇਰੀ ਜੋਤ ਟਿਕੇ। ਜੋਤ ਟਿਕਣ ਤੋਂ ਭਾਵ ਸੀ ਕਿ ਹੂਬਹੂ ਗੁਰੂ ਨਾਨਕ ਦੀ ਮੂਰਤ ਹੋਵੇ, ਗੁਰੂ ਨਾਨਕ ਦੀ ਸੋਚ ਹੋਵੇ। ਤੇ ਉਹ ਸੋਚ ਗੁਰੂ ਨਾਨਕ, ਕਿਉਂਕਿ ਪੰਥ ਨੇ ਅੱਗੇ ਤੱਕ ਜਾਣਾ ਸੀ, ਸ਼ਬਦ ਗੁਰੂ ਨੂੰ ਗੁਰਤਾ ਗੱਦੀ ਮਿਲਣੀ ਸੀ, ਬੜਾ ਲੰਮਾ ਪ੍ਰੋਸੈਸ।
ਤੇ ਗੁਰੂ ਨਾਨਕ ਸਾਹਿਬ ਨੇ ਇਹ ਭਾਵ ਸ਼ੁਰੂ ਕੀਤੀ, ਚੂਈ ਚੁੱਕਣ ਤੋਂ ਭਾਵ ਸੀ ਕਿ ਭਾਈ ਜੇ ਕੱਲ ਨੂੰ ਤੈਨੂੰ ਕਿਤੇ ਮਾੜੀ ਜਗ੍ਹਾ ਵੀ ਜਾਣਾ ਪਏ, ਕੋਈ ਇਹ ਮੰਨ ਲਓ ਵੀ ਕੋਈ ਇਹ ਕੰਮ ਕਰਨਾ, ਨੀਵਿਆਂ ਦਾ ਕੰਮ ਗਿਣਿਆ ਜਾਂਦਾ ਚਮਿਆਰਾਂ ਦਾ ਕੰਮ ਮੰਨ ਲਓ, ਹਾਂ ਮਤਲਬ ਜਿਹੜੇ ਹੁੰਦੇ ਸੀ ਉਹਨਾਂ ਦਾ ਨੀਵਿਆਂ ਦਾ ਜਿਹੜਾ ਕੰਮ ਗਿਣਿਆ ਜਾਂਦਾ ਸੀ, ਜਾਂ ਡੰਗਰ ਚੁੱਕਣਾ, ਹਾਂ ਡੰਗਰ ਚੁੱਕਣੇ, ਜਾਂ ਤੁਸੀਂ ਇਹ ਕਹਿ ਦੋ ਕਿ ਜੇ ਗੁਰੂ ਨਾਨਕ ਸਾਹਿਬ ਨੇ ਲੋਟਾ ਸੁੱਟਿਆ, ਕੋਲਾ ਸੁੱਟਿਆ, ਚਿੱਕੜ ਦੇ ਵਿੱਚ ਗੰਦਗੀ ਵੀ ਸੁੱਟਿਆ, ਤੇ ਗੁਰੂ ਨਾਨਕ ਸਾਹਿਬ ਨੇ ਉਸਨੇ ਸਾਰਿਆਂ ਨੂੰ ਪੁੱਛਿਆ, ਇੱਕ ਨੂੰ ਨਹੀਂ ਗੱਲ, ਇਸ ਦਾ ਭਾਈ ਲੈਣੇ ਨੂੰ ਨਹੀਂ ਕਿਹਾ, ਉਹਨਾਂ ਨੇ ਕੌਣ ਕੱਢੇ ਵਾਰੀ ਕਿਹਾ, ਲక్ష్ਮੀ ਚੰਦ ਜੀ ਨੂੰ ਕਿਹਾ, ਸ਼੍ਰੀ ਚੰਦ ਜੀ ਨੂੰ ਕਿਹਾ, ਸਾਰੇ ਜਿਹੜੇ ਸਿੱਖ ਨਾਲ ਸਨ ਸਭ ਨੂੰ ਕਿਹਾ ਕਿ ਭਾਈ ਇਹ ਲੋਟਾ, ਤੇ ਕਹਿਣ ਲੱਗੇ ਲੋਟਿਆਂ ਦੀ ਸਾਡੇ ਕੋਲ ਇਹ ਕਮੀ ਹੈ, ਕੋਈ ਬਥੇਰੇ ਲੋਟੇ ਸਾਡੇ ਘਰ ਪਏ ਨੇ ਵਾਲੇ, ਕੀ ਡਿੱਗ ਪਿਆ ਤੇ ਰਹਿਣ ਦਿਓ। ਤੇ ਜਦੋਂ ਭਾਈ ਲੈਣੇ ਵੱਲ ਦੇਖਿਆ ਤੇ ਭਾਈ ਲੈਣੇ ਨੇ ਤੇ 7 ਬਚਨ ਕਹਿ ਕੇ ਤੇ ਜਾ ਕੇ ਛਾਲ ਮਾਰ ਦਿੱਤੀ ਹੈ ਕਿ ਗੁਰੂ ਨਾਨਕ ਦਾ ਹੁਕਮ ਮੰਨੀਏ, ਗੱਲ ਹੁਕਮ ਮੰਨਣ ਦੀ ਸੀ। ਬਿਲਕੁਲ ਬਿਲਕੁਲ। ਤੇ ਉਸ ਹੁਕਮ ਨੂੰ ਮੰਨਦਿਆਂ ਇਸ ਜਿਤਨੇ ਵੀ ਅਸੀਂ ਸਾਖੀਆਂ ਸੁਣਦੇ ਹਾਂ, ਇਹ ਸਾਰੀਆਂ ਸਾਖੀਆਂ ਹੁਕਮ ਰੂਪ ਸਨ। ਭਾਵੇਂ ਉਹ ਅੱਧੀ ਰਾਤੀ ਬਰਸਾਤ ਲੱਗੀ ਹੈ ਤੇ ਗੁਰੂ ਨਾਨਕ ਕਹਿ ਰਹੇ ਭਾਈ ਲੈਣਿਆ ਕੰਧ ਬਣਾ, ਪਤਾ ਜਿੰਨੀ ਮਿੱਟੀ ਲੱਗਣੀ ਫਿਰ ਡਿੱਗ ਪੈਣੀ ਹੈ। ਪਰ ਨਾਲ ਹੀ ਕਿਤੇ ਨਾ ਕਿਤੇ ਇਹ ਵੀ ਚੀਜ਼ ਹੈ ਵੀ ਦੇਖੋ ਗੁਰੂ ਸਾਹਿਬ ਇਹ ਵੀ ਦੱਸਣਾ ਚਾਹੁੰਦੇ ਸੀ ਵੀ ਜੇ ਤੂੰ ਅੱਜ ਗੰਦੀ ਨਾਲੀ ਦੇ ਵਿੱਚ ਵੜ ਗਿਆ ਤੇ ਕੱਲ ਨੂੰ ਜਿਹੜੇ ਇਹ ਨਾਲੀਆਂ ਸਾਫ਼ ਕਰਦੇ ਨੇ, ਜਿਹੜੇ ਜਿਹਨਾਂ ਦਾ ਇਹ ਕੰਮ ਹੈ, ਇਹਨਾਂ ਦਾ ਕਿੱਤਾ, ਤੂੰ ਕਦੇ ਇਹ ਕਿੱਤਾ ਦੇਖ ਕੇ ਇਹਨਾਂ ਕੋਲੋਂ ਨਫ਼ਰਤ ਨਹੀਂ। ਬਿਲਕੁਲ। ਜੇ ਅੱਜ ਤੂੰ ਦੁਬਾਰ ਦੀ ਰਾਤ ਨੂੰ ਝਾੜਦਾ, ਤੈਨੂੰ ਅਹਿਸਾਸ ਹੋਵੇਗਾ ਕਿ ਜਿਹੜੇ ਲੇਬਰ ਦਾ ਕੰਮ ਆਪਣਾ ਸੁੱਖ ਆਰਾਮ ਛੱਡ ਕੇ ਕਿਵੇਂ ਮੈਂ ਦੂਜਿਆਂ ਦੀ ਸੇਵਾ ਕਰਨੀ, ਯਾਨੀ ਇਹ ਪ੍ਰੈਕਟੀਕਲੀ ਸਾਰੇ ਗੁਣ ਪਾਈ ਲੈਣਾ ਜਿਹਦੇ ਵਿੱਚ। ਅੱਜ ਦਾ ਜੋ ਸਿੱਖ ਦਾ ਜੀਵਨ ਦੇਖ ਕੇ ਲੋਕ ਹੱਸ਼ ਕਰਦੇ ਕਿ ਸਿੱਖ ਕਿਸ ਮਿੱਟੀ ਦੇ ਬਣੇ ਨੇ। ਬਿਲਕੁਲ। ਮੈਂ ਕਈ ਮੀਡੀਆ ਦੇ ਉੱਤੇ ਦੇਖਿਆ, ਕਈ ਨਿਊਜ਼ਾਂ ਦੇ ਵਿੱਚ ਇਹ ਹੈਡਲਾਈਨ ਦੇਖੀ ਵੱਡੀ ਕਿ ਸਿੱਖ ਕਿਸ ਮਿੱਟੀ ਕੇ ਬਣੇ ਹੈ। ਬਿਲਕੁਲ। ਤੇ ਮੈਂ ਕਹਿੰਦਾ ਭਾਈ ਇਹ ਮਿੱਟੀ ਕਰਤਾਰਪੁਰੋਂ ਲੱਗੀ ਸੀ, ਇਹ ਮਿੱਟੀ ਕਰਤਾਰਪੁਰੋਂ ਨਾਨਕ ਦੀ ਬਾਬੇ ਨਾਨਕ ਨੇ ਆਪ ਲਾਈ ਸੀ। ਉਹ ਮਿੱਟੀ ਜਿੱਥੇ ਬਾਬੇ ਨਾਨਕ ਦਾ ਖੂਨ ਪਸੀਨਾ ਡੁੱਲਿਆ। ਬਿਲਕੁਲ ਜੀ। ਭਾਈ ਲਹਿਣਾ ਜੀ ਦਾ ਜੀਵਨ ਮੈਂ ਕਹਿੰਦਾ ਜਿਸ ਪੱਖ ਨਾਲ ਵੀ ਤੁਸੀਂ ਲੈ ਲਓ ਜੀ। ਅੱਛਾ, ਇੱਕ ਤੁਸੀਂ ਦੇਖੋ ਜਿਸ ਮਾਹੌਲ ਦੇ ਵਿੱਚ ਆਦਮੀ ਨੇ ਸਾਰੀ ਜ਼ਿੰਦਗੀ, ਤੁਸੀਂ ਆਪਣੀ ਅਸੀਂ ਗੱਲ ਕਰੀਏ, ਸਾਡਾ ਜ਼ਿਆਦਾ ਰਹਿਣ ਬਸੇਰਾ ਜਿਹੜਾ ਸੀ ਉਸ ਵਿਪਰਵਾਦ ਸੋਚ ਦੇ ਵਿੱਚ ਰਿਹਾ। ਅੱਜ ਬੇਸ਼ੱਕ 550 ਸਾਲ ਦੀ ਵੀ ਗੱਲ ਕੀਤੀ ਜਾ ਰਹੀ ਹੈ, 550 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਜੀ, ਲੇਕਿਨ 550 ਸਾਲ ਬਾਅਦ ਵੀ ਸਾਡਿਆਂ ਘਰਾਂ ਚੋਂ ਇਹ ਸਿਸਟਮ ਅਜੇ ਤੱਕ ਉਹ ਵਿਪਰਵਾਦ ਸਿਸਟਮ ਨਹੀਂ ਖਤਮ ਹੋਇਆ ਜੀ। ਔਰ 7 ਸਾਲਾਂ ਦੇ ਵਿੱਚ ਉਸ ਗੜ੍ਹ ਦੇ ਵਿੱਚੋਂ ਨਿਕਲਣਾ ਔਰ ਨਿਕਲ ਕੇ ਆਪਣਾ ਜੀਵਨ ਤਬਦੀਲ ਕਰ ਦੇਣਾ ਜੀ। ਔਰ ਉਸ ਤੋਂ ਬਾਅਦ ਜਿਹੜੀ ਬਾਣੀ ਉਚਾਰਨੀ, ਤੁਸੀਂ ਆਸਾ ਕੀ ਵਾਰ ਦੇਖੋ ਵੀ ਕੈਸੇ ਇੱਕ ਰੰਗਰੂਟੇ ਖੜੇ ਕਰਨ ਵਾਲੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਾਣੀ ਨੇ, ਸ਼ਲੋਕ ਗੁਰੂ ਪਾਤਸ਼ਾਹ ਦੇ, ਔਰ ਗੁਰੂ ਪਾਤਸ਼ਾਹ ਉਹਨਾਂ ਸ਼ਲੋਕਾਂ ਦੇ ਵਿੱਚ ਉਸੇ ਚੀਜ਼ ਦੀ ਵਿਰੋਧਤਾ ਕਰਦੇ ਨੇ ਜੀ ਕਿ ਬਈ ਠੀਕ ਹੈ, ਕੱਲ ਅਣਜਾਣੇ ਵਿੱਚ ਸਾਡੇ ਕੋਲ ਮੇਰੇ ਕੋਲ ਗਲਤੀ ਹੋਈ, ਅਸਲ ਦੇ ਵਿੱਚ ਧਰਮ ਹੈ। ਧਰਮ ਦੀ ਪਹਿਚਾਣ ਸ਼ਬਦ ਨੇ ਗੁਰੂ ਨਾਨਕ ਸਾਹਿਬ ਨੇ ਕਰਵਾ ਦਿੱਤੀ ਉਹਨਾਂ ਨੂੰ, ਗੁਰੂ ਨਾਨਕ ਸਾਹਿਬ, ਤੇ ਉਹਨਾਂ ਨੇ ਸਵੀਕਾਰ ਕੀਤਾ, ਔਰ ਸਵੀਕਾਰ ਕਰਨ ਤੋਂ ਬਾਅਦ ਉਹ ਸੱਚ ਦੇ ਨਾਲ ਜੁੜੇ ਤੇ ਸੱਚ ਦੇ ਪੈਰੋਕਾਰ ਬਣ ਗਏ। ਔਰ ਇਹੀ ਕਾਰਨ ਹੈ ਕਿ ਭਾਈ ਲਹਿਣਾ ਜੀ ਜਿਹੜੇ ਨੇ ਉਹ ਗੁਰੂ ਨਾਨਕ ਦੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਹੀ ਵੀ ਜਿਹੜੀ ਕੋਲ ਬੈਠੇ ਜਿਹੜੇ ਪੁੱਤਰ ਜਿਹੜੀ ਚੀਜ਼ ਨਹੀਂ ਲੈ ਸਕੇ, ਇਹ ਉਸੇ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਭਵਰਾ ਜਿਹੜਾ ਹੈ ਉਹ ਕਮਲ ਦੇ ਕੋਲ ਨਹੀਂ ਰਹਿੰਦਾ, ਬਿਲਕੁਲ ਬੜੇ ਦੂਰੋਂ ਉੱਡ ਕੇ ਆਉਂਦਾ ਤੇ ਕਮਲ ਦੀ ਆ ਕੇ ਖੁਸ਼ਬੂ ਲੈ ਜਾਂਦਾ ਹੈ, ਪਰ ਉਸੇ ਕਮਲ ਦੀ ਜੜ੍ਹਾਂ 'ਚ ਸਾਰੀ ਜ਼ਿੰਦਗੀ ਡੱਡੂ ਰਹਿੰਦਾ ਹੈ, ਪਰ ਉਹ ਡੱਡੂ ਚਿੱਕੜ ਖਾਨ ਬੜੇ ਕਮਾਲ ਦੀ ਐਗਜ਼ਾਮਪਲ ਦਿੱਤੀ। ਇਹ ਮਨ ਮੇਂਢਕੋ, ਬਈ ਇਹ ਮਾਨੋ ਮੇਂਢਕ ਦੀ ਤਰ੍ਹਾਂ ਹੈ ਤੇ ਭਵਰ ਕੀ ਸਾਰ ਜਿਹੜੀ ਹੈ ਕਮਲ ਕੀ ਸਾਰ ਨਹੀਂ ਔਰ ਜਾਣਾ, ਕਮਲ ਦੀ ਖੁਸ਼ਬੂ ਦੇ ਬਾਰੇ ਸਮਝ ਨਹੀਂ ਸਕਦਾ। ਸਹੀ ਗੱਲ ਹੈ। ਤੋ ਇੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਿੱਥੇ ਆਪਣਾ ਜੀਵਨ ਤਬਦੀਲ ਕੀਤਾ, ਹੁਕਮ ਮੰਨਣ ਦੀ ਜਿਹੜੀ ਹੈ ਸਾਨੂੰ ਜਾਚ ਸਿਖਾਈ ਜੀ, ਉੱਥੇ ਨਾਲ ਹੀ ਨਾਲ ਜਿਹੜੇ ਨੇ ਆਪਣਾ ਲੰਬਾ ਸਮਾਂ ਜਿਹੜਾ ਉਹਨਾਂ ਨੇ ਜਿਹੜਾ ਪ੍ਰਚਾਰ ਕਰਕੇ, ਔਰ ਸਭ ਤੋਂ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਉਹਨਾਂ ਨੇ ਗੁਰਤਾ ਗੱਦੀ ਦਿੱਤੀ ਜੀ, ਤੁਸੀਂ ਦੇਖੋ ਜਿਹਨਾਂ ਨੂੰ ਉਹ ਗੁਰਤਾ ਗੱਦੀ ਦੇ ਰਹੇ ਨੇ ਉਹ ਉਮਰ ਦੇ ਵਿੱਚੋਂ ਇੱਕ ਬਹੁਤ ਵਡੇਰੀ ਉਮਰ ਚ ਵਡੇਰੀ, ਤੇ ਜਿਸਲੇ ਆਪ ਗੁਰਤਾ ਗੱਦੀ ਲੈਂਦੇ ਨੇ ਬੜੀ ਜੰਗ ਏਜ ਠੀਕ ਹੈ, ਜੰਗ ਏਜ ਲੈਂਦੇ, ਔਰ ਇੱਕ ਵਡੇਰੀ ਉਮਰ ਦਾ ਇੱਕ ਸ਼ਖਸ ਜਦੋਂ ਉਹਨਾਂ ਦੇ ਕੋਲ ਆਉਂਦਾ ਔਰ ਕਿਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਦੇ ਵਿੱਚ ਸਮਝ ਲਓ ਕਿ ਉਹਨਾਂ ਦੇ ਗੱਲਾਂ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੇ ਨੇ ਔਰ ਕਿਸ ਢੰਗ ਨਾਲ ਉਹਨਾਂ ਦਾ ਜੀਵਨ ਬਣਾਉਂਦੇ ਨੇ। ਤੇ ਔਰ ਅਖੀਰ ਭਾਈ ਲਹਿਣਾ ਜੀ ਜਿਹੜੇ ਨੇ ਉਹ ਇੱਕ ਬਹੁਤ ਵੱਡੀ ਮੈਂ ਕਹਿੰਦਾ ਸਿੱਖ ਕੌਮ ਨੂੰ ਜਿਹੜੀ ਹੈ ਇੱਕ ਚੰਗੀ ਦਿਸ਼ਾ ਵਾਲੇ ਪਾਸੇ ਤੋਰ ਕੇ ਆਪ ਜੋਤੀ ਜੁਤ ਸਮਝਦੇ ਨੇ। ਬਿਲਕੁਲ। ਤਾਂ ਉਹਨਾਂ ਦੇ ਜੀਵਨ ਦੇ ਉੱਤੇ ਅਸੀਂ ਜਿੰਨੀਆਂ ਵਿਚਾਰਾਂ ਕਰੀਏ ਉਹ ਬਹੁਤ ਲੰਬੀਆਂ ਵਿਚਾਰਾਂ ਨੇ, ਅਸੀਂ ਜੇ ਉਹਨਾਂ ਦੀ ਕੋਈ ਸਾਕੀ ਵੀ ਲੈ ਲਈਏ ਨਾ ਜਿਹੜੀਆਂ ਅਸੀਂ ਆਮ ਤੌਰ ਤੇ ਪ੍ਰਚਾਰਦੇ ਹਾਂ, ਤੇ ਹਰ ਜਗ੍ਹਾ ਗਿਆਨ ਹੈ ਤੇ ਹਰ ਜਗ੍ਹਾ ਕੁਛ ਨਾ ਕੁਛ ਐਸਾ ਕਿ ਸਿੱਖ ਦਾ ਮਨ ਧੁੰਬਦੀਆਂ ਕਿਉਂਕਿ ਗੁਰੂ ਨਾਨਕ ਤੇ ਇਤਨਾ ਭਰੋਸਾ ਬਣ ਗਿਆ ਉਹਨਾਂ ਨੂੰ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਕ ਪੈਸਾ ਆਪਣੀ ਮੁੱਠ ਵਿੱਚ ਪਾ ਕੇ ਤੇ ਸਾਹਮਣੇ ਕੀਤਾ ਤੇ ਸਭ ਨੂੰ ਪੁੱਛਿਆ ਕੀ ਹੈ, ਮੇਰੀ ਮੁੱਠ 'ਚ ਕੀ ਹੈ। ਇਹ
ਗੁਰੂ ਨਾਨਕ ਇਹ ਥੋੜ੍ਹਾ ਦੱਸਣਾ ਚਾਹੁੰਦਾ ਕਿ ਮੇਰੀ ਮੁੱਠ 'ਚ ਕੁਝ ਹੈ, ਲੇਕਿਨ ਜਵਾਬ ਦੇਖਣ ਵਾਲੇ ਦਾ ਨਜ਼ਰੀਆ ਸੀ। ਪੁੱਤਾਂ ਕਹਿ ਦਿੱਤਾ ਬਾਪੂ ਤੁਹਾਡੇ ਸਾਹਮਣੇ, ਸਾਡੇ ਸਾਹਮਣੇ ਰੱਖਿਆ ਤੁਸੀਂ ਇੱਕ ਪੈਸਾ, ਤੇ ਇੱਕ ਪੈਸਾ ਹੀ ਹੋਣਾ, ਦੋ ਥੋੜਾ ਨਿਕਲਣੇ। ਪਰ ਜਦੋਂ ਭਾਈ ਲਹਿਣੇ ਦੀ ਵਾਰੀ ਆਈ ਤੇ ਭਾਈ ਲਹਿਣੇ ਦਾ ਜਿਹੜਾ ਜਵਾਬ ਸੀ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹ ਜਵਾਬ ਤੇਰੇ ਹੱਥਾਂ ਵਿੱਚ, ਸਾਰੀ ਕਾਇਨਾਤ ਤੇਰੇ ਹੱਥਾਂ ਵਿੱਚ ਹੈ। ਬਿਲਕੁਲ ਇਹ ਇੱਕ ਅੰਦਰ ਦੀ ਭਾਵਨਾ ਹੈ, ਇਹ ਭਾਵਨਾ ਸੀ। ਉਹ ਭਾਵਨਾ ਨੇ ਉਹਨਾਂ ਨੂੰ ਗੁਰਤਾ ਗੱਦੀ ਤੱਕ ਭਾਈ ਲਹਿਣੇ ਤੋਂ ਗੁਰੂ ਦਾ ਅੰਗ ਬਣਾ ਦਿੱਤਾ, ਗੁਰੂ ਅੰਗਦ ਬਣਾ ਦਿੱਤਾ। ਬੜੇ ਕਮਾਲ ਦੀ ਉਹ ਕਹਿੰਦੇ ਨੇ ਕਿ ਬਈ ਇਤਿਹਾਸਕਾਰ ਲਿਖਦੇ ਨੇ ਜਿਸ ਦਿਨ ਗੁਰਤਾ ਗੱਦੀ ਦੇ ਉੱਤੇ ਗੁਰੂ ਅੰਗਦ ਸਾਹਿਬ ਨੂੰ ਬਿਠਾਉਣਾ ਸੀ ਜੀ, ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ, ਬੜੀ ਕਮਾਲ ਦੀ ਉਹ ਸਾਖੀ ਆਉਂਦੀ ਹੈ ਵੀ ਗੁਰੂ ਨਾਨਕ ਸਾਹਿਬ ਨੇ ਆਵਾਜ਼ ਮਾਰੀ, ਕਹਿੰਦੇ ਵੀ ਲੈਣਿਆ ਅੱਜ ਜਿੰਨੇ ਵੀ ਧਰਮਸ਼ਾਲਾ ਚ ਇਹਨਾਂ ਨੂੰ ਕਹਿ ਦਿਆ ਆਪੋ ਆਪਣੇ ਘਰ ਚਲੇ ਜਾ। ਹਾਂ, ਤੇ ਭਾਈ ਲਹਿਣਾ ਜੀ ਨੇ ਕਿਹਾ ਤਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਸਾਰੇ ਚਲੇ ਜਾਓ। ਤੇ ਜਦੋਂ ਭਾਈ ਲਹਿਣਾ ਜੀ ਉੱਥੇ ਖੜੇ ਨੇ ਤੇ ਗੁਰੂ ਨਾਨਕ ਸਾਹਿਬ ਪੁੱਛਦੇ ਨੇ, ਕਹਿੰਦੇ ਲੈਣਿਆ ਹੁਕਮ ਤੇਰੇ ਵਾਸਤੇ ਵੀ ਹੈ, ਤੇਰੇ ਵਾਸਤੇ ਵੀ, ਤੁਸੀਂ ਕਿਉਂ ਨਹੀਂ ਗਏ? ਤੇ ਬੜੇ ਪਿਆਰ ਚ ਭੇਜ ਕੇ ਜਵਾਬ ਸੀ, ਕਹਿਣ ਲੱਗੇ ਦਾਤਾ ਜਿਹਦੇ ਘਰ ਸੀ ਉਹ ਆਪੋ ਆਪਣੇ ਘਰ ਚਲੇ ਗਏ ਤੇ ਮੇਰਾ ਤੇ ਘਰ ਹੀ ਤੇਰੇ ਚਰਨਾਂ ਦੇ ਵਿੱਚ, ਮੈਂ ਕਿੱਥੇ ਜਾਵਾਂ। ਤੇ ਉਹ ਗੁਰੂ ਸਾਹਿਬ ਨੇ ਬੜੀ ਕਮਾਲ ਦੀ ਗੱਲ ਕੀ, ਉਹਨੇ ਕਿਹਾ ਲੈਣਿਆ ਜੇ ਤੈਨੂੰ ਆਪਣਾ ਘਰ ਮੇਰੇ ਚਰਨਾਂ 'ਚ ਨਜ਼ਰ ਆਉਂਦਾ ਤੇ ਇਸ ਨਾਨਕ ਨੂੰ ਆਪਣਾ ਘਰ ਤੇਰੇ ਹਿਰਦੇ 'ਚ ਨਜ਼ਰ ਆਉਂਦਾ। ਆ ਅਸੀਂ ਇੱਕ ਕੰਮ ਕਰਦੇ ਹਾਂ, ਤੈਨੂੰ ਅੰਗ ਨਾਲ ਲਾ ਕੇ ਅੰਗਤ ਕਰ ਦਈਏ, ਫਿਰ ਉਹੀ ਲੈਣੇ ਸੇ ਅੰਗਤ, ਅੰਗਤ ਸੇ ਅੱਲਾ ਕਰ ਦਿਆ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਅੰਗ ਨਾਲ ਲਾ ਕੇ ਉਹਨੂੰ ਅੰਗਤ ਕਰ ਦਿੱਤਾ। ਸੋ ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿ ਭਾਈ ਲਹਿਣਾ ਜੀ ਦਾ ਜਿਹੜਾ ਇਸ ਪੁਰਬ ਨੂੰ ਅਸੀਂ ਗੁਰੂ ਘਰਾਂ 'ਚ ਨਹੀਂ ਸੀ ਬਣਾ ਸਕੇ, ਬੜੇ ਸੰਖੇਪ ਜਿਹੇ ਸਮੇਂ ਦੇ ਵਿੱਚ ਬਾਖੂਬ ਉਹਨਾਂ ਦੇ ਜੀਵਨ ਕਿਸ ਤਰ੍ਹਾਂ ਤਬਦੀਲ ਹੁੰਦਾ ਹੈ, ਔਰ ਜੀਵਨ ਤਬਦੀਲ ਹੋਣ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਜਦੋਂ ਆਉਂਦੇ ਨੇ, ਔਰ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਨੇ ਉਹ ਜਿਹੜੀ ਕਸਵੱਟੀ ਸੀ ਉਸ ਕਸਵੱਟੀ ਤੇ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਐਡ ਕਰਦਾ ਜੀ, ਕਿਉਂਕਿ ਬੜਾ ਇੰਪੋਰਟੈਂਟ ਪਾਰਟ ਹੈ ਇਸ ਦਾ, ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਹੜਾ ਸ਼ੁਰੂਆਤ ਕੀਤੀ ਹੈ ਜੋਤ ਨੂੰ ਟ੍ਰਾਂਸਫਰ ਕਰਨ ਦੀ, ਬਿਲਕੁਲ ਜੋਤ ਉਹ ਜੁਗਤ ਸਹਾਇਤਾ ਫਿਰ ਪਲਟੀ ਹੈ, ਜਿਹੜਾ ਇਹ ਸਿਧਾਂਤ ਗੁਰੂ ਨਾਨਕ ਬਾਬੇ ਨੇ ਆਰੰਭ ਕੀਤਾ। ਇਹਦੇ 'ਚ ਬੜੀ ਕਮਾਲ ਦੀ ਗੱਲ ਇਹ ਸੀ ਕਿ ਜਦੋਂ ਵੀ ਕੋਈ ਗੱਦੀਦਾਰ ਆਪਣੀ ਗੱਦੀ ਛੱਡਦਾ ਸੀ ਤੇ ਉਹ ਉਸ ਕੀ ਕਰਦਾ ਸੀ ਕਿ ਆਪਣੀ ਜਿਹੜੀ ਧਨ ਦੌਲਤ, ਆਪਣਾ ਜਿਹੜਾ ਸਥਾਨ ਬਣਾਇਆ ਹੁੰਦਾ ਸੀ, ਇਹ ਸਭ ਉਸ ਨੂੰ ਦੇ ਦਿੰਦਾ ਸੀ। ਲੇਕਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਐਸਾ ਇੱਕ ਜਿਹੜਾ ਨਿਰਮਲ ਪੰਥ ਕਿਉਂ ਸੀ, ਬਾਰ-ਬਾਰ ਜੇ ਸਾਨੂੰ ਕੋਈ ਅੱਜ ਸਵਾਲ ਪੁੱਛੇ ਤੁਸੀਂ ਕਿਉਂ ਕਹਿੰਦੇ ਤੁਹਾਡਾ ਨਿਰਮਲ ਪੰਥ 'ਚ ਕਿਹੜੀ ਖਾਸੀਅਤ ਸੀ, ਤੁਸੀਂ ਵਿਪਰਨ ਦੀ ਰੀਤ ਤੋਂ ਅਲੱਗ ਕਿਵੇਂ ਹੋ, ਬਿਲਕੁਲ ਜਦੋਂ ਇਹ ਗੱਲਾਂ ਦੇ ਸਵਾਲ ਸਾਡੇ ਸਾਹਮਣੇ ਆਉਣ ਤੇ ਅਸੀਂ ਜੇ ਸਿੱਖ ਹਿਰਦਾ ਬੜੀ ਸ਼ਰਧਾ, ਬੜੀ ਭਾਵਨਾ ਤੇ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਸ ਦਿਨ ਸ਼ਬਦ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਦੇ ਦਿੱਤਾ ਤੇ ਕਿਹਾ ਭਾਈ ਖਡੂਰ ਸਾਹਿਬ ਜਾਓ, ਖਡੂਰ ਸਾਹਿਬ ਜਾ ਕੇ ਬਸੇਰਾ ਕਰੋ, ਸ਼ਬਦ ਵਿੱਚ ਤਾਕਤ ਹੋਵੇਗੀ ਤੇ ਸੰਗਤ ਉੱਥੇ ਆ ਜਾਵੇਗੀ। ਔਰ ਬਾਕੀ ਜਿਹੜਾ ਉੱਥੇ ਤੁਹਾਡਾ ਉਹਨਾਂ ਦਾ ਉਹ ਧਰਮਸ਼ਾਲਾ ਬਣੀ ਉੱਥੇ ਦੀ ਉੱਥੇ ਹੀ ਹੈ, ਉਹ ਸਭ ਦੇ ਦਿੱਤਾ ਪਰਿਵਾਰ ਨਾਲ। ਔਰ ਇਹੀ ਕਾਰਨ ਸੀ, ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਜਾਂਦੇ ਨੇ, ਗੁਰੂ ਅਮਰਦਾਸ ਮਹਾਰਾਜ ਅੱਗੇ ਗੋਬਿੰਦ ਸਾਹਿਬ ਚਲੇ ਜਾਂਦੇ ਨੇ, ਇਸੇ ਤਰ੍ਹਾਂ ਫਿਰ ਰਾਮਦਾਸ ਮਹਾਰਾਜ ਦਰਬਾਰ ਸਾਹਿਬ ਅਰਜਨ ਸਾਹਿਬ, ਫਿਰ ਤਰਨਤਾਰਨ ਸਾਹਿਬ। ਸਿਸਟਮ ਬਣ ਗਿਆ ਨਾ, ਫਿਰ ਸਿਸਟਮ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜਾ ਸੋ ਇਹ ਪਰੰਪਰਾ ਇੱਥੋਂ ਚੱਲੀ ਸੀ। ਔਰ ਬਹੁਤ ਵੱਡੀ ਸੇਵਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਉਸ ਜਦੋਂ ਗੁਰਤਾ ਗੱਦੀ ਤੇ ਬੈਠੇ ਨੇ ਤੇ ਗੁਰਮੁਖੀ ਅੱਖਰਾਂ ਦੀ ਜਿਹੜੀ ਉਸ ਵੇਲੇ ਪਹਿਚਾਣ ਕਰਾਣੀ, ਪ੍ਰਚਾਰ ਕਰਨਾ, ਇਹ ਇੱਕ ਬਹੁਤ ਵੱਡਾ ਕਾਰਨ ਸੀ, ਕਿਉਂਕਿ ਸ਼ਬਦ ਜਿਹੜਾ ਸੀ ਉਹ ਗੁਰਬਾਣੀ ਜਿਹੜੀ ਸੀ ਉਹ ਗੁਰਮੁਖੀ 'ਚ ਪ੍ਰਾਪਤ ਹੋਈ ਸੀ। ਬਿਲਕੁਲ ਹੁਣ ਗੁਰਮੁਖੀ ਜਿਹੜੀ ਹੈ ਸੰਗਤ ਦੇ ਹਰ ਘਰ ਤੱਕ, ਹਰ ਜਗ੍ਹਾ ਤੱਕ ਪੁੱਜਣੀ ਚਾਹੀਦੀ ਸੀ। ਇਹ ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿ ਜੇ ਸਿੱਖੀ ਦਾ ਵਿਦਿਆਲਿਆ ਅਗਰ ਸ਼ੁਰੂ ਹੋਇਆ ਤੇ ਇੱਥੋਂ ਸ਼ੁਰੂ ਹੋ ਗਿਆ, ਗੁਰੂ ਅੰਗਦ ਸਾਹਿਬ ਤੋਂ ਸ਼ੁਰੂ ਹੋ ਗਿਆ। ਔਰ ਕਿਆ ਬਾਤ ਹੈ ਕਿ ਗੁਰਮੁਖੀ ਨੂੰ ਇੰਨੀ ਅਹਿਮੀਅਤ ਹੈ ਕਿ ਜਦੋਂ ਸ਼ੇਰ ਸ਼ਾਹ, ਅਸੀਂ ਹੁਮਾਯੂੰ ਦੀ ਗੱਲ ਕਰਦੇ ਹਾਂ, ਬਿਲਕੁਲ ਵੀ ਜਦੋਂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਕੇ ਆਇਆ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਉਸ ਵਕਤ ਪੜ੍ਹਾ ਰਹੇ ਸੀ, ਬਿਲਕੁਲ ਇੱਕ ਪਾਸੇ ਮਲ ਖੜਾ ਲੱਗਿਆ ਸੀ, ਇੱਕ ਪਾਸੇ ਕਲਾਸ ਲੱਗੀ ਸੀ। ਪਰ ਗੁਰੂ ਸਾਹਿਬ ਨੇ ਅਹਿਮੀਅਤ ਕਿਸ ਨੂੰ ਦਿੱਤੀ? ਕਲਾਸ, ਗੁਰਮੁਖੀ ਨੂੰ ਅਹਿਮੀਅਤ। ਇੱਥੇ ਇਹ ਵੀ ਇੱਕ ਸਾਡਿਆਂ ਘਰਾਂ 'ਚ ਅੱਜ ਉੱਡ ਗਈ ਹੈ। ਅੱਜ ਤੁਸੀਂ ਦੇਖੋ ਮੇਰੇ ਖਿਆਲ 'ਚ ਕੋਈ ਅਤਕਥਨੀ ਨਹੀਂ, ਅੱਜ 70% ਸਾਡੀਆਂ ਬੜੇ ਦੂਰ ਆ ਜੀ, ਪਰਿਵਾਰਾਂ ਦੇ ਵਿੱਚ ਬੱਚੇ ਜਿਹੜੇ ਨੇ ਸਾਡੇ ਉਹ ਮਾਂ ਬੋਲੀ ਤੋਂ ਦੂਰ ਜਾਂਦੇ ਨੇ, ਭਾਸ਼ਾ ਵਿੱਚ ਆ ਗਏ ਨੇ। ਜੇ ਅਸੀਂ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਬਣਾ ਰਹੇ ਹਾਂ, ਇਹਦੇ 'ਚ ਕੋਸ਼ਿਸ਼ ਕਰੀ ਇਹ ਵੀ ਸੰਦੇਸ਼ ਇੱਕ ਨਾਲ ਹੈ ਕਿ ਗੁਰਮੁਖੀ ਜਿਹੜੇ ਅੱਖਰ ਨੇ ਇਹ ਵੀ ਸਾਡੇ ਘਰ ਦੀ ਸ਼ੋਭਾ ਤੇ ਸਾਡੇ ਘਰ ਦਾ ਸ਼ਿੰਗਾਰ ਬਣਨ। ਬਿਲਕੁਲ ਬਿਲਕੁਲ। ਮੈਂ ਵੀ ਪਿੱਛੇ ਲੇਖ ਪੜ੍ਹ ਰਿਹਾ ਸੀ, ਇੱਕ USA ਦੇ ਵਿੱਚ ਇੱਕ ਵਿਦਿਆਰਥੀ ਜਿਹੜਾ ਹੈ ਜੀ, ਉਹ ਉੱਥੋਂ ਦੇ ਕਾਲਜ ਦੇ ਵਿੱਚ ਟੌਪ ਕਰਦਾ ਤੇ ਉਹਦੀ ਕਾਲਜ ਦੇ ਵਿੱਚ ਫੋਟੋ ਲਾਈ ਜਾਂਦੀ ਹੈ ਜੀ, ਤੇ ਉਹਦੇ ਪਿਤਾ ਦੀ ਜਦੋਂ ਇੰਟਰਵਿਊ ਲੈਂਦੇ ਨੇ ਤੇ ਉਹ ਰੋਣਾ ਸ਼ੁਰੂ ਹੋ ਜਾਂਦਾ ਹੈ। ਅੱਛਾ, ਉੱਥੇ ਇੰਗਲਿਸ਼ ਆਨਰ ਦੇ ਵਿੱਚ ਉਸਨੇ ਜਿਹੜੀ ਅਸੀਂ ਉਹ ਟਾਪ ਕੀਤਾ, ਉਹਨੇ ਟਾਪ ਕੀਤਾ ਤੇ ਉਹਦੀ ਫੋਟੋ ਲੱਗੀ। ਠੀਕ, ਜਦੋਂ ਬਾਪ ਰੋਂਦਾ ਤੇ ਉਹਨੂੰ ਮੀਡੀਆ ਵਾਲੇ ਪੁੱਛਦੇ ਨੇ ਤੁਸੀਂ ਰੋਂਦੇ ਕਿਉਂ? ਉਹ ਕਹਿੰਦਾ ਮੈਂ ਰੋਂਦਾ ਇਸ ਕਰਕੇ ਆ ਕਿ ਅੱਜ ਮੇਰੇ ਬੇਟੇ ਨੂੰ ਇੰਗਲਿਸ਼ ਬੋਲਣ ਦਾ ਜਿਹੜਾ ਇਹ ਮਾਣ ਪ੍ਰਾਪਤ ਹੋਇਆ।
ਪਰ ਮੈਂ ਅੱਜ ਤੱਕ ਆਪਣੇ ਬੱਚੇ ਨੂੰ ਕਦੇ ਇੰਗਲਿਸ਼ ਬੋਲਦਿਆਂ ਨਹੀਂ ਨਹੀਂ ਵੇਖਿਆ। ਵੇਖਿਆ। ਪੁੱਛਿਆ ਕਿਉਂ? ਕਹਿੰਦੇ ਜੀ ਸਾਡੇ ਘਰਾਂ 'ਚ ਜਦੋਂ ਵੀ ਬੋਲਦੇ ਸੀ ਪੰਜਾਬੀ 'ਚ ਗੱਲ ਕਰਦੇ ਪੰਜਾਬੀ 'ਚ ਗੱਲ ਹੁੰਦੀ ਔਰ ਸੀ। ਪੰਜਾਬੀ ਦੇ ਵਿੱਚ ਹੀ ਸਾਡੇ ਬੱਚੇ ਜਿਹੜੇ ਨੇ ਉਹ ਸਾਡੇ ਨਾਲ ਲਾ ਕੇ ਗੱਲ ਕਰਦੇ ਨੇ ਔਰ ਸਾਡੇ ਘਰ 'ਚ ਪੰਜਾਬੀ ਚੱਲਦੀ। ਇਸ ਕਰਕੇ ਕੋਸ਼ਿਸ਼ ਕਰੀਏ ਸਾਨੂੰ ਦੁਨੀਆ ਦੇ ਹਰ ਇੱਕ ਭਾਸ਼ਾ ਦਾ ਗਿਆਨ ਹੋਵੇ, ਗਿਆਨ ਹੋਵੇ, ਪਰ ਇਹ ਜਿਹੜੀ ਮਾਂ ਹੈ, ਬੋਲੀ ਮਾਂ ਜਿਹੜੀ ਬੋਲੀ ਸਾਡਾ ਅੰਗ ਸੰਗ ਰਹੇ ਅੰਗ ਸਾਡੇ ਸੰਗ। ਹਰ ਵੇਲੇ। ਬਿਲਕੁਲ। ਸੋ ਵੀਰ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੋ ਇਸ ਸਮੇਂ ਆਪ ਜੀ ਨੇ ਸਮਾਂ ਕੱਢ ਕੇ ਇੱਕ ਬੜੇ ਅਹਿਮ ਵਿਸ਼ੇ ਦੇ ਉੱਤੇ ਸੰਗਤ ਨਾਲ ਜਿਹੜੀ ਵਿਚਾਰ ਸਾਂਝੇ ਕੀਤੇ। ਸੋ ਸਾਰੀ ਸੰਗਤ ਜਿਹੜੀ ਹੈ ਉਹਨਾਂ ਦਾ ਵੀ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਔਰ ਇਹ ਜਿਹੜਾ ਪ੍ਰੋਗਰਾਮ ਹੈ ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਵੀ ਚੱਲਦਾ ਹੈ। ਤੇ ਆਪ ਜੀ ਘਰਾਂ ਦੇ ਵਿੱਚ ਬੈਠ ਕੇ ਇਸ ਨੂੰ ਦੇਖਦੇ ਹੋ। ਸੋ ਨਾਲ ਹੀ ਬੇਨਤੀ ਹੈ ਵੀ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਤਾਂ ਕਿ ਜਾਣਕਾਰੀ ਹਰ ਇੱਕ ਤੱਕ ਪਹੁੰਚ ਸਕੇ। ਔਰ ਨਾਲ ਹੀ ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਬੜੇ ਛੇਤੀ ਇਸ ਮਹਾਮਾਰੀ ਤੋਂ ਸਮਾਜ ਨੂੰ ਜਿਹੜੀ ਹੈ ਰਾਹ ਦਿਲਾਉਣ ਔਰ ਤਾਂ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਬੈਠ ਕੇ ਉਸੇ ਤਰ੍ਹਾਂ ਫੇਰ ਜਿਹੜਾ ਹੈ ਇਸ ਜ਼ਿੰਦਗੀ ਸ਼ੁਰੂ ਕਰ ਸਕੀਏ, ਪ੍ਰਚਾਰ ਪ੍ਰਸਾਰ ਨੂੰ ਸ਼ੁਰੂ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।